ਹੈਲੋ ਫਰੈਂਡਸ, ਗਿਲਜ਼ ਮੈਂਟੋਰ ਈ ਲਰਨਿੰਗ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ। ਅੱਜ 20th ਦਸੰਬਰ ਹੈ, ਯਾਨੀ ਕਿ ਸੰਡੇ ਹੈ। ਆਪਾਂ ਡਿਸਕਸ ਕਰਾਂਗੇ ਆਪਣੀ ਵੀਕਲੀ ਕਰੰਟ ਅਫੇਅਰ ਕਲਾਸ, ਜਿਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਪੂਰੇ ਵੀਕ ਦੇ ਕਰੰਟ ਅਫੇਅਰਸ ਕਿ ਇਸ ਪੂਰੇ ਵੀਕ ਦੇ ਵਿੱਚ ਜਿੰਨੇ ਵੀ ਆਪਾਂ ਇੰਪੋਰਟੈਂਟ ਕਰੰਟ ਅਫੇਅਰ ਡਿਸਕਸ ਕੀਤੇ ਸੀ ਉਹਨਾਂ ਦੀ ਇੱਕ ਰਿਵੀਜ਼ਨ ਕਰਾਂਗੇ ਇੰਟਰੈਕਟਿਵ ਵੇ ਦੇ ਨਾਲ। ਇਸੀ ਦੇ ਨਾਲ ਸੈਸ਼ਨ ਦੇ ਵਿੱਚ ਆਪਾਂ ਜਿੰਨੀ ਵੀ ਇੰਪੋਰਟੈਂਟ ਨਿਊਜ਼ ਸੀਗੀਆਂ ਆਪਣੀਆਂ ਉਹਨਾਂ ਨੂੰ ਡਿਟੇਲਡ ਵਰਜ਼ਨ ਦੇ ਵਿੱਚ ਵੀ ਡਿਸਕਸ ਕਰਾਂਗੇ। ਸੈਸ਼ਨ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਦੇ ਰਹੋ, ਜਿੱਥੇ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ ਆਪਣੇ ਫਰੈਂਡਸ ਦੇ ਨਾਲ। ਵਟਸਐਪ, ਟੈਲੀਗ੍ਰਾਮ, ਫੇਸਬੁੱਕ, ਜਿੱਥੇ ਵੀ ਤੁਸੀਂ ਆਪਣੇ ਫਰੈਂਡਸ ਦੇ ਨਾਲ ਜੁੜੇ ਹੋਏ ਹੋ ਸੈਸ਼ਨ ਨੂੰ ਸ਼ੇਅਰ ਕਰ ਦਿਓ। ਸਟਾਰਟ ਕਰਦੇ ਹਾਂ ਸੈਸ਼ਨ। IBPS RRB, JEE ਪੰਜਾਬ, ਪੰਜਾਬ ਪੁਲਿਸ, SI ਔਰ ਪਟਵਾਰੀ ਦੇ ਲਈ ਬੈਚਿਸ ਲਾਂਚ ਕੀਤੇ ਜਾ ਚੁੱਕੇ ਨੇ। ਚਾਹੋ ਤਾਂ ਐਨਰੋਲ ਕਰਵਾ ਸਕਦੇ ਹੋ। ਐਨਰੋਲ ਕਰਵਾਉਣ ਦੇ ਲਈ ਸਿੰਪਲੀ ਤੁਸੀਂ ਸਾਡੀ ਐਪਲੀਕੇਸ਼ਨ ਡਾਊਨਲੋਡ ਕਰ ਸਕਦੇ ਹੋ ਜਾਂ ਫਿਰ ਤੁਸੀਂ ਸਾਡੀ ਵੈਬਸਾਈਟ 'ਤੇ ਵਿਜ਼ਿਟ ਕਰ ਸਕਦੇ ਹੋ। ਵੈਬਸਾਈਟ ਦਾ ਲਿੰਕ ਇੱਥੇ ਦਿੱਤਾ ਹੋਇਆ। ਹੋਰ ਵੀ ਕਿਸੇ ਤਰੀਕੇ ਦੇ ਕ੍ਰੈਸ਼ ਕੋਰਸ ਜਾਂ ਮੌਕ ਟੈਸਟ ਸੀਰੀਜ਼ ਨੂੰ ਅਗਰ ਤੁਸੀਂ ਅਵੇਲ ਕਰਨਾ ਚਾਹੁੰਦੇ ਹੋ ਜਾਂ ਕਿਸੇ ਵੀ ਤਰੀਕੇ ਦੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਐਪਲੀਕੇਸ਼ਨ 'ਤੇ ਵਿਜ਼ਿਟ ਕਰ ਸਕਦੇ ਹੋ। ਚੈਨਲ ਨੂੰ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੀਡੀਓਜ਼ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ। ਸਟਾਰਟ ਕਰਦੇ ਹਾਂ ਸੈਸ਼ਨ। ਸਭ ਤੋਂ ਪਹਿਲੇ ਕੰਟੈਂਟਸ ਦੇਖ ਲੈਂਦੇ ਹਾਂ, ਕੀ ਚੀਜ਼ਾਂ ਡਿਸਕਸ ਕਰਾਂਗੇ ਆਪਾਂ। ਮਿਸਲੇਨੀਅਸ ਨਿਊਜ਼ ਡਿਸਕਸ ਕਰਾਂਗੇ, ਇੰਪੋਰਟੈਂਟ ਇਨੋਗ੍ਰੇਸ਼ਨਸ ਡਿਸਕਸ ਕਰਾਂਗੇ, ਇੰਪੋਰਟੈਂਟ ਮੀਟਿੰਗਸ ਔਰ ਰੈਂਕਿੰਗਸ ਇੰਪੋਰਟੈਂਟ ਰਹਿਣਗੀਆਂ। ਇਸ ਤੋਂ ਇਲਾਵਾ ਐਗਰੀਮੈਂਟਸ ਔਰ ਸਕੀਮਸ ਜਿੰਨੀਆਂ ਵੀ ਵੀਕ ਦੇ ਵਿੱਚ ਲਾਂਚ ਕੀਤੀਆਂ ਗਈਆਂ ਨੇ, ਅਵਾਰਡਸ, ਇੰਪੋਰਟੈਂਟ ਡੇਜ਼, ਲੇਟੈਸਟ ਅਪਾਇੰਟਮੈਂਟਸ ਪਲੱਸ ਸਪੋਰਟਸ ਨਿਊਜ਼ ਨੂੰ ਡਿਸਕਸ ਕਰਾਂਗੇ। ਠੀਕ ਹੈ ਜੀ, ਸੈਸ਼ਨ ਕਰਦੇ ਹਾਂ ਸਟਾਰਟ। ਸ਼ੇਅਰ ਜ਼ਰੂਰ ਕਰ ਦਿਓ ਸੈਸ਼ਨ ਨੂੰ ਔਰ ਧਿਆਨ ਨਾਲ ਡਿਸਕਸ ਕਰਨਾ ਹੈ। ਸਭ ਤੋਂ ਪਹਿਲੇ NK ਸਿੰਘ। NK ਸਿੰਘ ਕੌਣ ਨੇ? 15th ਫਾਈਨੈਂਸ ਕਮਿਸ਼ਨ ਦੇ ਚੇਅਰਪਰਸਨ ਨੇ। ਠੀਕ ਹੈ ਜੀ, ਇਹਨਾਂ ਦੁਆਰਾ ਕਿਹਾ ਗਿਆ ਕਿ ਜਿਹੜਾ ਇੰਡੀਅਨ ਕੌਂਸਟੀਟਿਊਸ਼ਨ ਹੈ ਉਸ ਦੇ ਵਿੱਚ ਆਰਟੀਕਲ 246 ਹੈ। ਆਰਟੀਕਲ 246 ਕਿਸ ਦੇ ਨਾਲ ਰਿਲੇਟ ਹੈ? 7th ਸ਼ੈਡਿਊਲ ਦੇ ਨਾਲ ਰਿਲੇਟ ਹੈ। ਔਰ ਇਸ ਦੇ ਵਿੱਚ ਕੀ ਚੀਜ਼ ਹੈ? ਇਸ ਦੇ ਵਿੱਚ ਸਟੇਟ ਔਰ ਕਨਕਰੈਂਟ ਲਿਸਟ ਹੈ। ਯੂਨੀਅਨ, ਸਟੇਟ ਔਰ ਕਨਕਰੈਂਟ ਲਿਸਟ, ਤਿੰਨ ਤਰੀਕੇ ਦੀ ਜਿਹੜੀ ਲਿਸਟ ਨੇ ਕਿ ਕਿਹੜੀ ਪਾਵਰਸ ਨੂੰ ਕਿੰਨਾਂ ਨੂੰ ਡਿਵਾਈਡ ਕੀਤਾ ਗਿਆ, ਉਹ ਲਿਸਟ ਨੇ, ਉਹਨਾਂ ਨੂੰ ਰਿਵਿਊ ਕਰਨਾ ਚਾਹੀਦਾ। ਇਹਨਾਂ ਦੁਆਰਾ ਅਨਾਊਂਸਮੈਂਟ ਕੀਤੀ ਗਈ ਹੈ। ਨੈਕਸਟ ਹੈ IUCN। IUCN ਦੀ ਫੁੱਲ ਫਾਰਮ ਆਪਾਂ ਡਿਸਕਸ ਕੀਤੀ ਹੋਈ ਹੈ। IUCN ਦਾ ਹੈੱਡਕੁਆਰਟਰ ਡਿਸਕਸ ਕੀਤਾ ਹੋਇਆ। ਦੋਨੋਂ ਚੀਜ਼ਾਂ ਕਮੈਂਟ ਬਾਕਸ ਦੇ ਵਿੱਚ। ਇਹਨਾਂ ਦੁਆਰਾ ਇੱਕ ਵਲਨਰੇਬਲ ਸਪੀਸੀਜ਼ ਲੱਭੀ ਗਈ ਹੈ, ਦ ਹਿਮਾਲਯਨ ਸੀਰੋ, ਜੋ ਕਿ ਇੱਕ ਵਲਨਰੇਬਲ ਸਪੀਸੀਜ਼ ਹੈ। ਇਸ ਨੂੰ ਦੇਖਿਆ ਗਿਆ, ਕਿੱਥੇ ਦੇਖਿਆ ਗਿਆ? ਸਪੀਤੀ ਵੈਲੀ ਰੀਜਨ, ਹਿਮਾਚਲ ਪ੍ਰਦੇਸ਼ ਦੇ ਵਿੱਚ। ਸਪੀਤੀ ਵੈਲੀ ਰੀਜਨ, ਹਿਮਾਚਲ ਪ੍ਰਦੇਸ਼ ਦੇ ਵਿੱਚ ਇਸ ਸਪੀਸੀਜ਼ ਨੂੰ ਦੇਖਿਆ ਗਿਆ। ਨੈਕਸਟ ਹੈ ਫਰਾਂਸ ਦੇ ਪ੍ਰੈਜ਼ੀਡੈਂਟ ਕੌਣ ਨੇ? ਇਮੈਨੂਅਲ ਮੈਕਰੋਨ ਨੇ। ਇਹਨਾਂ ਦੁਆਰਾ ਅਨਾਊਂਸਮੈਂਟ ਕੀਤੀ ਗਈ ਕਿ ਇਹ ਕਲਾਈਮੇਟ ਗੋਲਸ ਨੂੰ ਐਡ ਕਰਨਗੇ ਕੌਂਸਟੀਟਿਊਸ਼ਨ ਦੇ ਵਿੱਚ। ਨੈਕਸਟ ਹੈ ਸੈਨ ਇਸੀਡਰੋ, ਇੱਕ ਬਲੈਕ ਮੇਜੋਰਟੀ ਲੋਕੈਲਿਟੀ ਹੈ ਜੋ ਕਿ ਕਿਊਬਾ ਦੀ ਕੰਟਰੀ ਦੀ ਹੈ। ਇਹਨਾਂ ਦੁਆਰਾ ਪ੍ਰੋਟੈਸਟ ਕੀਤਾ ਜਾ ਰਿਹਾ ਰਾਈਟ ਟੂ ਐਕਸਪ੍ਰੈਸ਼ਨ ਦੇ ਲਈ। ਠੀਕ ਹੈ ਜੀ, ਕੁਐਸਚਨ ਪੁੱਛਿਆ ਜਾ ਸਕਦਾ ਕਿ ਸੈਨ ਇਸੀਡਰੋ ਮੂਵਮੈਂਟ ਹੈ ਜਿਹੜਾ, ਜਾਂ ਸੈਨ ਇਸੀਡਰੋ ਪ੍ਰੋਟੈਸਟ ਹੈ ਜਿਹੜਾ, ਇਹ ਕਿਹੜੀ ਕੰਟਰੀ ਦੇ ਨਾਲ ਰਿਲੇਟਡ ਹੈ? ਤਾਂ ਆਪਣਾ ਆਨਸਰ ਹੋਏਗਾ ਕਿਊਬਾ ਕੈਪੀਟਲ ਹਵਾਨਾ ਹੈ। ਕਰੰਸੀ ਪੀਸੋ ਚੱਲਦੀ ਹੈ। ਨਾਰਥ ਅਮਰੀਕਾ ਦੀ ਕੰਟਰੀ ਹੈ, ਛੋਟੀ ਜੀ ਕੰਟਰੀ ਹੈ, ਇੰਪੋਰਟੈਂਟ ਰਹੇਗਾ। ਨੈਕਸਟ ਹੈ ਇਨੋਗ੍ਰੇਸ਼ਨਸ ਵੱਲ ਚੱਲਦੇ ਹਾਂ। ਤਾਂ ਸਭ ਤੋਂ ਪਹਿਲੇ ਦਿੱਲੀ ਚੀਫ ਮਿਨਿਸਟਰ ਅਰਵਿੰਦ ਕੇਜਰੀਵਾਲ ਦੁਆਰਾ ਇੱਕ ਟਰੱਕ ਮਾਊਂਟਿਡ ਐਂਟੀ ਸਮੋਗ ਗਨ ਨੂੰ ਲਾਂਚ ਕੀਤਾ ਗਿਆ। ਨੈਕਸਟ ਹੈ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੁਆਰਾ ਫਾਊਂਡੇਸ਼ਨ ਸਟੋਨ ਰੱਖੇ ਗਏ ਤਿੰਨ ਇੰਪੋਰਟੈਂਟ ਡਿਵੈਲਪਮੈਂਟ ਪ੍ਰੋਜੈਕਟਸ ਦੇ ਕਿੱਥੇ? ਕੱਛ ਗੁਜਰਾਤ ਦੇ ਵਿੱਚ ਵਿਜ਼ਿਟ ਹੋਈ 15th ਦਸੰਬਰ ਨੂੰ, ਜਿਨ੍ਹਾਂ ਦੇ ਵਿੱਚ ਡੀਸੈਲੀਨੇਸ਼ਨ ਪਲਾਂਟ ਮਾਨਵੀ ਕੱਛ ਦੇ ਵਿੱਚ, ਦ ਹਾਈਬ੍ਰਿਡ ਐਨਰਜੀ ਪਾਰਕ, ਇੱਕ ਹਾਈਬ੍ਰਿਡ ਐਨਰਜੀ ਪਾਰਕ ਕੱਛ ਡਿਸਟ੍ਰਿਕਟ ਦੇ ਵਿੱਚ, ਜਿਹੜਾ ਕਿ 30 ਗੀਗਾਵਾਟ ਦੀ ਐਨਰਜੀ ਪ੍ਰੋਡਿਊਸ ਕਰੇਗਾ ਔਰ ਵਰਲਡ ਦਾ ਲਾਰਜੈਸਟ ਪਾਰਕ ਬਣੇਗਾ। ਇਸ ਤੋਂ ਇਲਾਵਾ ਫੁੱਲੀ ਆਟੋਮੇਟਿਡ ਮਿਲਕ ਪ੍ਰੋਸੈਸਿੰਗ ਪਲਾਂਟ ਵੀ ਸ਼ਰਹਦ ਡਾਇਰੀ ਅੰਜਰ ਕੱਛ ਦੇ ਵਿੱਚ। ਨੈਕਸਟ ਹੈ ਕਰਨਾਟਕਾ ਚੀਫ ਮਿਨਿਸਟਰ BS ਯਦੂਰੱਪਾ। ਕਰਨਾਟਕਾ ਦੇ ਜਿਹੜੇ ਚੀਫ ਮਿਨਿਸਟਰ ਨੇ BS ਯਦੂਰੱਪਾ, ਇਹਨਾਂ ਦੁਆਰਾ ਭੂ-ਸਿਰੀ ਮਸ਼ੀਨ, ਜੋ ਕਿ ਇੱਕ ਮੈਨੂਅਰ ਮੇਕਿੰਗ ਮਸ਼ੀਨ ਹੈ, ਇੱਕ ਸੋਇਲ ਟੈਸਟਿੰਗ ਮਸ਼ੀਨ ਭੂ-ਮਿੱਤਰ, ਇਹਨਾਂ ਦੋਨਾਂ ਨੂੰ ਅਨਵੀਲ ਕੀਤਾ ਗਿਆ, ਲਾਂਚ ਕੀਤਾ ਗਿਆ। UP ਦੇ ਚੀਫ ਮਿਨਿਸਟਰ ਯੋਗੀ ਆਦਿੱਤਿਆਨਾਥ ਦੁਆਰਾ ਹੀ ਕੈਲਾਸ਼ ਮਾਨਸਰੋਵਰ ਭਵਨ, ਜੋ ਕਿ ਕਾफ़ी अच्छा कह सकते, काफ़ी ब्यूटीफुल चीज़ बनाई गई है। गाजियाबाद ਦੇ ਵਿੱਚ कैलाश मानसरोवर भवन बनाया गया।
132 करोड़ की लागत देना। यूपी गवर्नमेंट द्वारा ही अनाउंस किया गया कि जो राम टैंपल का टैबिलियो बनाया जाएगा, बेसिकली अयोध्या के जो राम टैंपल बनाया जा रहा है उसी 2021 की परेड के रिप्रजेंट किया जाएगा यूपी द्वारा, एक टैबिलियो बनाया जाएगा अंडर थीम अयोध्या कल्चर हैरीटेज उत्तर प्रदेश। नेक्स्ट है अक्षय कुमार की गल करते हैं। अक्षय कुमार और राणा दगूबती, अक्षय कुमार बॉलीवुड एक्टर, राणा दगूबती की गल करते हैं। बाहुबली फिल्म के इन्हों का काफ़ी अच्छा रोल सीगा। तो इन्हों द्वारा इंडियाज़ फर्स्ट इन्फ्लुएंशियल लैड ऑनलाइन मार्केट प्लेस सोशल स्वैग नू बनाया गया। नेक्स्ट है होम अफेयर्स मिनिस्टर, डिप्टी होम अफेयर मिनिस्टर कहांगे या मिनिस्टर ऑफ स्टेट फॉर होम अफेयर्स जी कृष्णा रेड्डी, इन्हों द्वारा इनोग्रेट किया गया नेशनल सेंटर फॉर दिव्यांग एम्पावरमेंट, नेशनल सेंटर फॉर दिव्यांग एम्पावरमेंट एट CRPF ग्रुप सेंटर इन हकीमपत नियर हैदराबाद तेलंगाना दे विच। BSNL की गल करते हैं तो BSNL द्वारा स्काइलोटेक के नाल मिलके वर्ल्ड की फर्स्ट सैटेलाइट बेस्ड नैरो बैंड IIT नैटवर्क बनाया गया। नेक्स्ट है तमिलनाडु गवर्नमेंट द्वारा 18 MOU साइन किए गए, जिन्हों के विचों ओला इलैक्ट्रिक काफ़ी ज़्यादा इंपोर्टेंट रहेगा। ओला इलैक्ट्रिक ने 2400 करोड़ की इन्वेस्टमेंट अनाउंस की है, जिसके अंडर होसूर तमिलनाडु दे विच, होसूर तमिलनाडु दे विच वर्ल्ड का लार्जेस्ट इलैक्ट्रिक स्कूटर मैन्युफैक्चरिंग प्लांट लगाया जाएगा। इसी के नाल टोरेंट गैस द्वारा भी 5000 करोड़ की इन्वेस्टमेंट अनाउंस की गई। तमिलनाडु के चीफ मिनिस्टर द्वारा ही 2000 अम्मा मिनी क्लीनिक्स भी अनाउंस किए गए नॉर्थ चेन्नई दे विच। नेक्स्ट है इंडिया पोस्ट पेमेंट बैंक, इंडियन पोस्ट पेमेंट बैंक ने डाक पे एप्लीकेशन लॉन्च की 13 लैंग्वेजेस दे विच इन द प्रेजेंस ऑफ कम्युनिकेशन मिनिस्टर रवि शंकर प्रसाद। इंडियन पोस्ट पेमेंट बैंक 2018 दे विच बनाया गया सी, न्यू दिल्ली दे विच हैडक्वार्टर है और जे वेंकटा रामू इस दे हैड ने। नेक्स्ट है ब्रांड इंडिया मिशन, ब्रांड इंडिया मिशन भी लॉन्च किया गया कॉमर्स एंड इंडस्ट्रीज मिनिस्ट्री के अंडर, यानी कि पीयूष गोयल के अंडर। नेक्स्ट है एस जयशंकर द्वारा एक्सटर्नल अफेयर्स मिनिस्टर और किरण रिजिजू स्पोर्ट्स मिनिस्टर दोनों ने मिलकर फाउंडेशन स्टोन रखा 6 स्क्वैश कोर्ट्स एट मेजर ध्यानचंद नेशनल स्टेडियम न्यू दिल्ली। डिप्टी चीफ मिनिस्टर मनीष सिसोदिया, दिल्ली के डिप्टी चीफ मिनिस्टर मनीष सिसोदिया द्वारा टाडा नाम का पोर्टल लॉन्च किया गया, जिसनों बनाया गया सी NGO कथा द्वारा। एक्सटर्नल अफेयर्स मिनिस्ट्री द्वारा ही डिप्लोमेसी वैबसाइट, इकनॉमिक डिप्लोमेसी वैबसाइट नू लॉन्च किया गया ताकि सैक्टरल और स्टेट वाइज स्ट्रेंथ नू इंक्रीज किया जा सके। इसरो द्वारा नेत्रा लॉन्च किया गया, नेत्रा नू इनोग्रेट किया गया। नेत्रा की है एक स्पेस सिचुएशनल अवेयरनेस कंट्रोल सेंटर है, स्पेस सिचुएशनल अवेयरनेस कंट्रोल सेंटर है। इसनू कित्थे बनाया गया? पीनिया बेंगलुरु दे विच। नेक्स्ट है महाराष्ट्र गवर्नमेंट द्वारा ब्रेल वर्जन लॉन्च किया गया है, किसदा? इंडियन कॉन्स्टिट्यूशन का, मुंबई दे विच, जिसनों बनाया गया है थाने बेस्ड NGO अस्तित्व द्वारा। जम्मू एंड कश्मीर गवर्नमेंट द्वारा फर्स्ट फ्लोटिंग एंबूलेंस लॉन्च की गई है धल लेक श्रीनगर दे विच। जम्मू एंड कश्मीर द्वारा ही वर्ल्ड का हाईएस्ट रेल ब्रिज बनाया जा रहा है, जिहड़ा कि 2021 दे विच बन के तैयार हो जाएगा। ये कित्थे बनाया जा रहा है? चेनाब रिवर के उत्ते बनाया जा रहा है। 359 मीटर हाइट है और 1.3 किलोमीटर यह लंबा होएगा। नेक्स्ट है पवन हंस MI-17 हैलीकॉप्टर सर्विस है। इसनों कारगिल तो श्रीनगर तक के लिए लॉन्च किया गया है। क्वेश्चन पूछा जा सकता है कि पवन हंस किस चीज़ तरीके की सर्विस है? तो एक हैलीकॉप्टर सर्विस है, ठीक है जी। या पवन हंस किस तरीके इज रिलेटेड टू विच फील्ड? मिसाइल हो सकता है, रॉकेट हो सकता है, तो की है एक हैलीकॉप्टर है, ठीक है जी। अच्छा, न्यूज़ में आप ज़्यादा जल्दी डिस्कस कर रहे हैं, इसी करके डिस्कस कर रहे हैं क्योंकि जो संडे का दिन होंगे अपना रिवीजन का होंगे, आप सारी न्यूज़ में डिस्कस किया होंगे, सिर्फ उसमें एक रिवीजन फॉर्म के आप डिस्कस करते हैं। और न्यूज़ काफ़ी ज़्यादा होंदियां ने क्योंकि 6 दिन की न्यूज़ इकट्ठियां होंदियां ने, तो इस करके भी आप इन्हूं जल्दी डिस्कस करांगे। नेक्स्ट है इंपोर्टेंट मीटिंग्स और इवेंट्स। मीटिंग्स की गल करते हैं तो सब तो पहले प्राइम मिनिस्टर नरेंद्र मोदी द्वारा इस वीक के काफ़ी इंपोर्टेंट मीटिंग्स के पार्टिसिपेट किया गया है।
डिस्कस करते हैं 93rd एनुअल जनरल मीटिंग एंड एनुअल कन्वेंशन फिकी दा एनुअल कन्वेंशन दे विच पार्टिसिपेट किया गया। थीम रही इंस्पायर्ड इंडिया। दूसरा ग्लोबल क्लाइमेट समिट, ये काफ़ी इंपोर्टेंट रहेगा क्योंकि यूके द्वारा इसनू होस्ट किया गया है। ग्लोबल क्लाइमेट समिट 5 साल पूरे होने ते पेरिस क्लाइमेट दे इसनू किया गया है। और इंडिया और फ्रांस द्वारा इस दिन सोलर अलायंस बनाया गया सी, इंटरनेशनल सोलर अलायंस 2015 दे विच बनाया गया सी पेरिस एग्रीमेंट दे विच। नेक्स्ट है इंडिया वाटर इंपैक्ट समिट है जिहड़ा इस दे विच जल शक्ति मिनिस्ट्री के अंडर इसनू ऑर्गेनाइज किया गया नैशनल मिशन फॉर क्लीन गंगा द्वारा। किनवा एडिशन है? 5th एडिशन है। 9th एडिशन सस्टेनेबल माउंटेन डेवलपमेंट समिट का 9th एडिशन सस्टेनेबल माउंटेन डेवलपमेंट समिट का ये देहरादून उत्तराखंड के बेसिकली माउंटेन डे नू ऑब्जर्व करने के लिए इंटरनेशनल माउंटेन डे इसनू ऑब्जर्व किया गया। फाइनैंस मिनिस्टर निर्मला सीतारमन द्वारा 23rd मीटिंग नू ऑर्गेनाइज किया गया फाइनैंशियल स्टेबिलिटी और डेवलपमेंट काउंसिल की FSDC की 23rd मीटिंग ऑर्गेनाइज की गई निर्मला सीतारमन द्वारा। इजराइल की गल करते हैं 8 दिन का जूइश फैसटीवल इनोग्रेट किया जा रहा है, लॉन्च किया गया है हनुका फैसटीवल कित्थे शुरू किया गया है? इजराइल दे विच। 5th एडिशन ऑफ म्यांमार, इंडिया और म्यांमार का बायलैटरल समिट ड्रग कंट्रोल के उत्ते ऑर्गेनाइज किया गया। इंडिया की ड्रग कह सकते हैं ड्रग रेगुलेशन कमेटी कॉरपोरेशन द्वारा ऑर्गेनाइजेशन द्वारा इस दे विच पार्टिसिपेट किया गया। उज्बेकिस्तान और इंडिया ने अपना पहला वर्चुअल समिट ऑर्गेनाइज किया है। ये पूछा जा सकता है कि रिसेंटली केड़ी कंट्री द्वारा अपना फर्स्ट वर्चुअल समिट इंडिया के नाल ऑर्गेनाइज किया गया, तो उज्बेकिस्तान ने। ठीक है जी। इस तो इलावा कैपिटल और करेंसी हर बार इंपोर्टेंट बनती है, याद रखेंगे। महाराष्ट्र गवर्नर भगत सिंह कोश्यारी द्वारा 30th एनुअल ग्लोबल कॉन्क्लेव नू इनोग्रेट किया गया ऑफ इंटरनेशनल इंस्टीट्यूट ऑफ सोसाइटी सिक्योरिटी एंड सेफ्टी मैनेजमेंट। लद्दाख की गल करते हैं, लद्दाख द्वारा लोजार फैसटीवल ऑर्गेनाइज किया जा रहा है। इंपोर्टेंट रहेगा क्योंकि लोजार फैसटीवल है जिहड़ा लद्दाख, हिमाचल प्रदेश और अरुणाचल प्रदेश द्वारा ऑर्गेनाइज किया जाता है। साइंस एंड टैक्नोलॉजी मिनिस्टर डॉक्टर हर्षवर्धन ने इन्हों द्वारा 26th एडिशन ऑर्गेनाइज किया गया DST CII टैक्नोलॉजी समिट का। DST CII यानी कि डिपार्टमेंट ऑफ साइंस एंड टैक्नोलॉजी कन्फेडरेशन ऑफ इंडियन इंडस्ट्रीज टैक्नोलॉजी समिट इंडिया और पोर्तुगल का। यूके प्राइम मिनिस्टर बोरिस जॉनसन, यूके के जोड़े प्राइम मिनिस्टर ने बोरिस जॉनसन ने इन्हों चीफ गैसट बनाया गया 2021 रिपब्लिक डे के लिए। यह दूसरे प्राइम मिनिस्टर होंगे यूके के जोड़े इंडिया की विजिट ते आएंगे रिपब्लिक डे वाले दिन आफ्टर जॉन मेजर इन 1993। इन 2020 ब्राज़ील के प्राइम मिनिस्टर आए थे जैल बोल्सोनारो। 2019 की गल करते हैं तो साउथ अफ्रीका के प्रेजिडेंट प्राइम मिनिस्टर आए थे साइरल रामाफोसा। ठीक है। इसी के नाल यूके के जोड़े प्राइम मिनिस्टर बोरिस जॉनसन ने इन्होंने प्राइम मिनिस्टर नरेंद्र मोदी को इनवाइट कराया यूके होस्टेड G7 समिट। G7 समिट है जिहड़ा 2021 का केड़ी कंट्री होस्ट कर रही है? यूके होस्ट कर रही है। ठीक है जी। और एक किनवा एडिशन होएगा ये कमेंट बॉक्स में दसोगे, आप डिस्कस किया हुआ। नेक्स्ट है प्राइम मिनिस्टर नरेंद्र मोदी द्वारा ही बांग्लादेश के नाल एक सब तो इंपोर्टेंट समिट रहा इस वीक का बांग्लादेश के नाल समिट ऑर्गेनाइज किया गया जिस प्राइम मिनिस्टर शेख हसीना द्वारा पार्टिसिपेट किया गया। इस दे अंडर चिल्हाती हल्दी बारी रेल लिंक नू रीएक्टिव किया गया, इनोग्रेट किया गया। इस तो इलावा स्वाधीनता सड़क के बारे गलबात की गई है। स्वाधीनता सड़क है जी इंडिया और बांग्लादेश नू कनैक्ट करेगी, इंडिया नू मजूम नगर मेहरपुर डिस्ट्रिक्ट के नाल कनैक्ट करेगी बांग्लादेश दे। ठीक है जी। इसनू इनोग्रेट किया जाएगा, ओपन किया जाएगा। ये बेसिकली जोड़ा बांग्लादेश का इंडिपेंडेंस डे आ रहा है 26 मार्च 1971 तो अगर आप गल करते हैं तो 2021 का 50th कह सकते हैं इंडिपेंडेंस डे है। इस दिन इसनू ओपन किया जाएगा। इस तो इलावा 7 MOU भी साइन किए गए इस वर्चुअल समिट के डिफरेंट सैक्टर्स के याद रखांगे। इस तो इलावा एक इंपोर्टेंट स्टेटमेंट जारी की गई कि बायोपिक बनाई जाएगी बंगबंधु शेख मुजीबुर रहमान की। इन्हों किन्ना द्वारा डायरैक्ट किया जाएगा तो श्याम बेनेगल का नाम इंपोर्टेंट बनेगा, याद रखांगे। नेक्स्ट है इंपोर्टेंट रैंकिंग्स एंड रिपोर्ट्स।
ਰੈਂਕਿੰਗਸ ਐਂਡ ਰਿਪੋਰਟਸ ਦੇ ਵਿੱਚ ਸਭ ਤੋਂ ਪਹਿਲੇ ਯੂਐਸ ਟ੍ਰੈਜ਼ਰੀ ਦੁਆਰਾ ਇੰਡੀਆ ਨੂੰ ਕਰੰਸੀ ਮੈਨੂਪੂਲੇਟਰ ਲਿਸਟ ਦੇ ਵਿੱਚ ਕਰੰਸੀ ਮੈਨੂਪੂਲੇਟਰ ਲਿਸਟ ਦੇ ਵਿੱਚ ਨਹੀਂ ਐਡ ਕੀਤਾ ਗਿਆ, ਕਰੰਸੀ ਮੈਨੂਪੂਲੇਟਰ ਵਾਚ ਲਿਸਟ ਦੇ ਵਿੱਚ, ਕਿ ਇਹ ਨਿਗਰਾਨੀ ਰੱਖਣਗੇ ਅਗਰ ਇੰਡੀਆ ਵੀ ਇਸ ਦੇ ਵਿੱਚ ਪਾਈ ਜਾਂਦੀ ਹੈ ਤਾਂ ਇਸ ਨੂੰ ਵੀ ਇਸ ਲਿਸਟ ਦੇ ਵਿੱਚ ਐਡ ਕਰ ਦਿੱਤਾ ਜਾਏਗਾ। ਇसी ਦੇ ਨਾਲ ਦੋ ਕੰਟਰੀਜ਼ ਨੂੰ ਐਡ ਕੀਤਾ ਗਿਆ ਤਾਂ ਵੀਅਤਨਾਮ ਔਰ ਸਵਿਟਜ਼ਰਲੈਂਡ ਨੂੰ ਕਰੰਸੀ ਮੈਨੂਪੂਲੇਟਰ ਡਿਕਲੇਅਰ ਕੀਤਾ ਗਿਆ, ਯਾਦ ਰੱਖਾਂਗੇ। ਨੈਕਸਟ ਹੈ ਹਿਊਮਨ ਡਿਵੈਲਪਮੈਂਟ ਇੰਡੈਕਸ। ਹਿਊਮਨ ਡਿਵੈਲਪਮੈਂਟ ਇੰਡੈਕਸ ਦੀ ਗੱਲ ਕਰਦੇ ਹਾਂ 131 ਰੈਂਕ ਤੇ ਰਿਹਾ ਇੰਡੀਆ। ਬੇਸਿਕਲੀ ਅਗਰ ਲਾਸਟ ਈਅਰ ਦੀ ਗੱਲ ਕਰਦੇ ਹਾਂ 129th ਰੈਂਕ ਸੀ, 2 ਰੈਂਕ ਪਿੱਛੇ ਚਲਾ ਗਿਆ 189 ਕੰਟਰੀਜ਼ ਦੇ ਵਿੱਚੋਂ। ਰਿਲੀਜ਼ ਕੀਤਾ ਜਾਂਦਾ UNDP ਦੁਆਰਾ, ਯੂਨਾਈਟਿਡ ਨੇਸ਼ਨਸ ਡਿਵੈਲਪਮੈਂਟ ਪ੍ਰੋਗਰਾਮ ਦੁਆਰਾ। ਇੱਕ ਹੋਰ ਇੰਪੋਰਟੈਂਟ ਰੈਂਕਿੰਗ ਆਈ ਹੈ ਤਾਂ ਉਸ ਦੇ ਬਾਰੇ ਆਪਾਂ ਕੱਲ੍ਹ ਦੇ ਸੈਸ਼ਨ ਦੇ ਵਿੱਚ ਮੰਡੇ ਕਲਾਸ ਦੇ ਵਿੱਚ ਡਿਸਕਸ ਕਰਾਂਗੇ। ਨਾਰਵੇ ਦੀ ਗੱਲ ਕਰਦੇ ਹਾਂ, ਇਸ ਰੈਂਕਿੰਗ ਨੂੰ ਟੌਪ ਕੀਤਾ ਨਾਰਵੇ ਦੁਆਰਾ, 2nd ਪਲੇਸ ਤੇ ਆਇਰਲੈਂਡ ਔਰ 3rd ਪਲੇਸ ਤੇ ਸਵਿਟਜ਼ਰਲੈਂਡ ਰਹੀ ਹੈ। ਨੈਕਸਟ ਹੈ ਕੈਲੇ ਜੈਨਰ ਨੇ ਜਿਹੜੇ USA ਦੇ ਬੇਸਿਕਲੀ ਫੇਮਸ ਬਿਜ਼ਨਸ ਵੂਮਨ ਨੇ, ਇਹਨਾਂ ਦੁਆਰਾ ਫੋਰਬਸ 2020 ਦੀ ਲਿਸਟ ਨੂੰ ਟੌਪ ਕੀਤਾ ਗਿਆ ਹਾਈਐਸਟ ਪੇਡ ਸੈਲੀਬ੍ਰਿਟੀਜ਼ ਦੀ $590 ਮਿਲੀਅਨ ਦੇ ਨਾਲ। ਅਕੋਰਡਿੰਗ ਟੂ ਦਾ ਰਿਪੋਰਟ ਰਿਲੀਜ਼ਡ ਬਾਈ ਗਲੋਬਲ ਪਾਵਰ ਸਿਟੀ ਇੰਡੈਕਸ। ਗਲੋਬਲ ਪਾਵਰ ਸਿਟੀ ਇੰਡੈਕਸ ਦੀ ਗੱਲ ਕਰਦੇ ਹਾਂ ਤਾਂ ਲੰਡਨ ਹੈ ਜਿਹੜੀ, ਲੰਡਨ ਮੋਸਟ ਅਟਰੈਕਟਿਵ ਸਿਟੀ ਹੈ ਵਰਲਡ ਦੀ। ਯੂਰੋਪੀਅਨ ਯੂਨੀਅਨ ਦੁਆਰਾ ਅਨਾਊਂਸਮੈਂਟ ਕੀਤੀ ਗਈ ਹੈ ਕਿ ਗ੍ਰੀਨ ਹਾਊਸ ਗੈਸ ਐਮਿਸ਼ਨ ਨੂੰ 55% ਤੱਕ ਕੰਟਰੋਲ ਕਰੇਗੀ ਯੂਰੋਪੀਅਨ ਯੂਨੀਅਨ 2030 ਤੱਕ। ਉਹਨਾਂ ਦਾ ਟਾਰਗੇਟ 0 ਦਾ ਸੀਗਾ 2050, ਇਹ ਵੀ ਯਾਦ ਰੱਖਾਂਗੇ। ਬਰੂਜ਼ਲਸ ਬੈਲਜੀਅਮ ਦੇ ਵਿੱਚ ਯੂਰੋਪੀਅਨ ਯੂਨੀਅਨ ਦਾ ਹੈੱਡਕੁਆਟਰ ਹੈ। 27 ਮੈਂਬਰ ਕੰਟਰੀਜ਼ ਨੇ, ਪਹਿਲੇ 28 ਹੁੰਦੀਆਂ ਸੀ, ਬ੍ਰਿਟੇਨ ਦੁਆਰਾ ਐਗਜ਼ਿਟ ਕੀਤਾ ਗਿਆ ਸੀ। ਇਸ ਤੋਂ ਇਲਾਵਾ ਯੂਰੋਪੀਅਨ ਯੂਨੀਅਨ ਦੇ ਹੈੱਡ ਦੀ ਗੱਲ ਕਰਦੇ ਹਾਂ, ਇਸ ਟਾਈਮ ਕਰੰਟ ਦੇ ਹੈੱਡ ਨੇ ਉਰਸੂਲਾ ਵੌਨ ਡਰ ਲੈਨ। ਨੈਕਸਟ ਹੈ ਕੁਝ ਸਕੀਮਸ ਡਿਸਕਸ ਕਰਾਂਗੇ। ਸਭ ਤੋਂ ਪਹਿਲੇ खुद कमाओ घर चलाओ इनिशिएटिव, काफ़ी अच्छा इनिशिएटिव और काफ़ी इंटरेस्टिंग इनिशिएटिव लॉन्च किया गया है। खुद कमाओ घर चलाओ इनिशिएटिव सोनू सूद एक्टर द्वारा इस इनिशिएटिव ਨੂੰ शुरू किया गया है, जिस दे विच ई रिक्शास डिस्ट्रीब्यूट किए जाएंगे। उत्तराखंड चीफ मिनिस्टर त्रिवेंद्र सिंह रावत द्वारा अनाउंस किया गया रिवॉल्विंग फंड ऑफ ₹50,000 का फंड अनाउंस किया गया वूमेन सैल्फ हैल्प ग्रुप्स के लिए। वूमेन सैल्फ हैल्प ग्रुप्स के लिए 50,000 का फंड अनाउंस किया गया है नैशनल एनर्जी कंजरवेशन डे वाले दिन। नैशनल एनर्जी कंजरवेशन डे किस दिन है तो 14 दिसंबर को है। आंध्र प्रदेश द्वारा YSR फ्री क्रॉप इंश्योरेंस स्कीम, YSR फ्री क्रॉप इंश्योरेंस स्कीम नू आंध्र प्रदेश गवर्नमेंट द्वारा लॉन्च किया गया है ड्यूरिंग YSR रहतु दिनोत्सव। बेसिकली इस टाइम अनाउंसमेंट की गई थी और फाइनली इसनू लॉन्च किया गया। महाराष्ट्र गवर्नमेंट द्वारा अनाउंस किया गया इंडस्ट्री स्टेटस फिल्म एंड एंटरटेनमेंट सैक्टर नू। महाराष्ट्र गवर्नमेंट द्वारा ही 25 करोड़ रुपए भी अनाउंस किए गए दाजीपुर सेंचुरी के लिए, जो कि राधा नगरी वाइल्ड लाइफ सेंचुरी का पार्ट है। इसनू डेवलप किया जाएगा। आंध्र प्रदेश गवर्नमेंट द्वारा स्कीम लॉन्च की गई जगन्ना जीवा क्रांति, जिस दे अंदर शीप्स और गोट्स डिस्ट्रीब्यूट की जाएंगी। यूपी गवर्नमेंट द्वारा किसान कल्याण मिशन इंपॉर्टेंट रहेगा। किसान कल्याण मिशन केड़ी गवर्नमेंट द्वारा लॉन्च किया गया, केड़ी स्टेट द्वारा लॉन्च किया गया तो यूपी द्वारा। एजुकेशन मिनिस्ट्री द्वारा अनाउंस किया गया कि जो जेई मेन्स एग्जाम है इसनू 4 बार कंडक्ट किया जाएगा, साल दे विच 4 बार कंडक्ट किया जाएगा और फर्स्ट टाइम 2021 दे विच इस एग्जाम नू 13 लैंग्वेजेस दे विच भी कंडक्ट किया जाएगा। सेंट्रल गवर्नमेंट द्वारा USOF यूनीवर्सल सर्विस ऑबलीगेशन फंड स्कीम नू लॉन्च किया गया, जिस दे अंदर अरुणाचल प्रदेश और असम दे उन्हां डिस्ट्रिक्ट्स नू या उन्हां प्लेसिस नू कनैक्टिविटी मोबाइल कनैक्टिविटी प्रोवाइड की जाएगी जिन्हां कोल मोबाइल कवरेज नहीं है। नेक्स्ट है महाराष्ट्र गवर्नमेंट द्वारा महाशरद नाम का जस्टिस डिपार्टमेंट भी शुरू किया गया। वेस्ट बंगाल चीफ मिनिस्टर ममता बनर्जी द्वारा अनाउंसमेंट की गई नेताजी सुभाष चंद्र बोस म्यूजियम की, कि नेताजी सुभाष चंद्र बोस म्यूजियम विक्टोरिया मैमोरियल कोलकाता के नज़दीक बनाया जाएगा टू कमैमोरेट 125th बर्थ एनिवर्सरी इन 2022। नेताजी सुभाष चंद्र बोस की 125वीं बर्थ एनिवर्सरी मनाने के लिए। उड़ीसा चीफ मिनिस्टर नवीन पटनायक द्वारा
परिश्रम पोर्टल लॉन्च किया गया। परिश्रम पोर्टल किहड़ी स्टेट गवर्नमेंट? उड़ीसा द्वारा। नैक्सट चलते हैं डिफेंस न्यूज़ के रिलेटेड। तो सब तो पहले इसरो द्वारा सैटेलाइट लॉन्च की गई CMS-01 बेसिकली कह सकांगे कि सक्सैसफुली इसनूं लॉन्च किया गया। 17 तरीक नूं इसनूं लॉन्च किया जाना सी PSLV C-50 द्वारा। सतीश धवन स्पेस सेंटर श्रीहरिकोटा आंध्र प्रदेश तो इसनूं लॉन्च किया गया। अमान 2021 ये इंपोर्टेंट रहेगी कि एक मल्टीलेटरल एक्सरसाइज जो कि नाटो कंट्रीज़ की एक्सरसाइज है, इस साल उसनूं इस साल नहीं कहेंगे अगले साल यानी कि 2021 ਦੇ ਵਿੱਚ पाकिस्तान इसनूं होस्ट कर रहा है सिंध प्रोविंस ਦੇ ਵਿੱਚ। इंपोर्टेंट रखांगे कित्थे होस्ट कर रहा है? सिंध ਦੇ ਵਿੱਚ। ठीक है जी। अमान 2021 नाटो की गल करते हैं 1949 ਦੇ ਵਿੱਚ बनाया गया सी ब्रुसल्स बेल्जियम ਦੇ ਵਿੱਚ हैडकुआटर है और 30 मैंबर कंट्रीज़ ने। इसी के नाल रशियन नेवी इंपोर्टेंट रहेगी कि फर्स्ट टाइम 2011 तो बाद तकरीबन 10 साल बाद रशियन नेवी इस पार्टिसिपेट कर रही है। इस तो इलावा होर भी काफ़ी कंट्रीज़ ने जो कि इस पार्टिसिपेट करनगे। हीमगिरी बेसिकली कहांगे कि प्रोजेक्ट 17A के अंडर इंडियन नेवी द्वारा 7 शिप्स की कह सकांगे दिता गया सी, प्रोजेक्ट दिता गया सी बनाने के लिए ऑर्डर दिता गया सी। तो जिस दे विचों पहली बन के तैयार हो चुकी है जो कि 3 ने जिहड़ियां गार्डन रीच शिप बिल्डर्स एंड इंजीनियर्स लिमिटेड द्वारा बनाई जाणगियां, जिसका हैडकुआटर कोलकाता दे विच है। टोटल 7 का ऑर्डर सीगा, 3 इन्हां द्वारा बनाई जाणगियां। पहली बन के तैयार हो चुकी है जिसनूं लॉन्च किया गया इन द प्रेजेंस ऑफ CDS जनरल बिपिन रावत। इस तो इलावा जी बाकी दी 4 ने वो मैजागोन डॉप शिपयार्ड बिल्डर्स मुंबई द्वारा बनाई जाएगी। इंडियन कोस्ट गार्ड बोट C-454 नूं कमीशन किया गया हज़ीरा गुजरात दे विच। इसी शिप नूं लॉन्च किया गया सी सूरत गुजरात दे विच। नैक्सट है INS विराट इंपोर्टेंट रहेगा। INS विराट है जिहड़ा एक एयरक्राफ्ट कैरियर है जिसनूं तोड़िया जा रहा है अलांग शिप ब्रेकिंग यार्ड गुजरात दे विच। यह शिप है जिहड़ा ऑपरेशन जुपिटर दे विच, ऑपरेशन पकारम दे विच, मालाबार एक्सरसाइज दे विच या फिर वरुणा एक्सरसाइज दे विच भी पार्टिसिपेट कर चुके हैं। काफ़ी लेजेंडरी शिप रहा इंडिया का अगर आप गल करांगे, काफ़ी वड्डी जर्नी भी है इस शिप की। 1987 दे विच इसनूं इंडिया नूं सौंपिया गया सी कह सकांगे और इसनूं 2017 दे विच डी कमीशन किया गया सी। ग्रेट ओल्ड लेडी के नाम तो जाना जाता है, इंपोर्टेंट रहेगा। वरुण एक्सरसाइज याद रखांगे किहड़ी कंट्री दे नाल है? फ्रांस दे नाल है। इंडिया मैट्रोलॉजिकल डिपार्टमेंट है जिहड़ा इस द्वारा अनाउंसमेंट की गई कि वैदर रेडार नैटवर्क यूज़ करेगा हिमालयस दे विच। इसनूं एक्सटेंड किया जाएगा ताकि चाइना दे वैदर मॉडिफिकेशन सिस्टम नूं काउंटर किया जा सके। नैक्सट है एक इंडियन कोस्ट गार्ड शिप सुजीत नाम की कोस्ट गार्ड शिप है जिहड़ी इसनूं बनाया गया है गोवा शिपयार्ड लिमिटेड द्वारा। इसनूं कमीशन किया जाएगा कमीशन किया गया है सुजीत नूं गोवा दे विच कमीशन किया गया। इसी दे नाल ICGS सक्षम है जिहड़ी इसनूं बना के लॉन्च किया गया, हजे कमीशन करना बाकी है। इसनूं भी गोवा शिपयार्ड लिमिटेड द्वारा ही बनाया गया है और बेसिकली 5 का ऑर्डर सीगा ये ICGS का। तो 5 जी ऑफशोर पेट्रोल वैसल ने 5वां यह रेडी करके दे दिता गया। दिल्ली दे विच ICG का हैडकुआटर है और K नटराजन इस दे हैड ने। नैक्सट है इंडिया और इंडोनेशिया की एक्सरसाइज कोऑर्डिनेटर पेट्रोल यानी कि कॉर्पोरेट एक्सरसाइज जी इसका 35th एडिशन ऑर्गेनाइज किया गया। इंपोर्टेंट रहेगा, याद रखांगे। 17 तो लैके 18 दिसंबर तक इसनूं ऑर्गेनाइज किया गया। इंडिया द्वारा ही कॉर्पोरेट एक्सरसाइज थाईलैंड और बांग्लादेश के नाल भी रीसेंटली कंडक्ट की गई सी। बेसिकली थाईलैंड की गल करते हैं 30th एडिशन सीगा थाईलैंड के नाल और इंडोनेशिया के नाल इसका 35th एडिशन है। नैक्सट है बैंकिंग न्यूज़ की गल करते हैं तो सब तो पहले एक्सपोर्ट इंपोर्ट बैंक ऑफ इंडिया यानी कि एग्जिम बैंक द्वारा उज्बेकिस्तान नूं 448 मिलियन का लाइन ऑफ क्रेडिट प्रोवाइड किया गया। RBI द्वारा एक ऑटोमेटेड बैंक नोट प्रोसैसिंग सेंटर जयपुर दे विच। इंपोर्टेंट रहेगा कि RBI एक ऑटोमेटेड बैंक नोट प्रोसैसिंग सेंटर किहड़ी सिटी दे विच लगा रही है तो जयपुर दे विच। आवेरे सॉफ्टवेयर कंपनी है जिहड़ी इसने येस बैंक के नाल मिलके प्रीपेड कार्ड लॉन्च किया।
ਇਕੁਇਟੀ ਸਮੋਲ ਫਾਈਨੈਂਸ ਬੈਂਕ ਦੁਆਰਾ 3-in-1 ਅਕਾਊਂਟ ਫੈਸਿਲਿਟੀ ਨੂੰ ਲਾਂਚ ਕੀਤਾ ਗਿਆ। ਇਕੁਇਟੀ ਸਮੋਲ ਫਾਈਨੈਂਸ ਬੈਂਕ ਦਾ ਹੈੱਡਕੁਆਟਰ ਚੇਨਈ ਦੇ ਵਿੱਚ। RBL ਬੈਂਕ ਦਾ ਹੈੱਡਕੁਆਟਰ ਮੁੰਬਈ ਦੇ ਵਿੱਚ ਹੈ। 1943 ਦੇ ਵਿੱਚ ਬਣਾਇਆ ਗਿਆ ਸੀ। ਇਸਨੇ ਬੈਂਕ ਇੰਸ਼ੋਰੈਂਸ ਐਗਰੀਮੈਂਟ ਸਾਈਨ ਕੀਤਾ ਹੈ ICICI ਪ੍ਰੂਡੈਂਸ਼ੀਅਲ ਲਾਈਫ ਇੰਸ਼ੋਰੈਂਸ ਦੇ ਨਾਲ। ਕੈਨਰਾ ਬੈਂਕ ਦੀ ਗੱਲ ਕਰਦੇ ਹਾਂ। ਇਸ ਦੁਆਰਾ ਲਾਂਚ ਕੀਤਾ ਗਿਆ ਟੈਕ ਪ੍ਰੋਡਕਟ FX4U ਪ੍ਰੋਡਕਟ ਨੂੰ ਲਾਂਚ ਕੀਤਾ ਗਿਆ ਟੂ ਹੈਂਡਲ ਫੋਰੈਕਸ ਟ੍ਰਾਂਜੈਕਸ਼ਨਸ ਸੀਮਲੈਸਲੀ। 1906 ਦੇ ਵਿੱਚ ਬਣਾਇਆ ਗਿਆ ਸੀ। ਬੈਂਗਲੁਰੂ ਦੇ ਵਿੱਚ ਇਸ ਦਾ ਹੈੱਡਕੁਆਟਰ ਹੈ। ਕੈਨਰਾ ਬੈਂਕ 1906 ਬੈਂਗਲੁਰੂ। ਏਸ ਵੇਅਰ ਨੇ ਵੀ ICICI ਬੈਂਕ ਦੇ ਨਾਲ ਐਗਰੀਮੈਂਟ ਕੀਤਾ ਹੈ ਕੀ ਲਾਂਚ ਕਰਨ ਦੇ ਲਈ? ਏਸ ਮਨੀ ਮਾਈਕਰੋ ATM ਸਰਵਿਸ ਲਾਂਚ ਕਰਨ ਦੇ ਲਈ। ਏਸ ਮਨੀ ਮਾਈਕਰੋ ATM ਸਰਵਿਸ ਕਿੱਥੇ ਲਾਂਚ ਕੀਤੀ ਗਈ ਹੈ? ਕੋਚੀ ਕੇਰਲਾ ਦੇ ਵਿੱਚ। ਭਾਰਤੀ ਐਕਸਾ ਲਾਈਫ ਇੰਸ਼ੋਰੈਂਸ ਦੁਆਰਾ ਗੋਟ ਯੂ ਕਵਰਡ ਕੈਂਪੇਨ ਹੈਲਥ ਵਰਕਰਸ ਦੇ ਲਈ, ਫਰੰਟ ਲਾਈਨ ਹੈਲਥ ਵਰਕਰਸ ਦੇ ਲਈ ਗੋਟ ਯੂ ਕਵਰਡ ਕੈਂਪੇਨ ਲਾਂਚ ਕੀਤਾ ਗਿਆ ਭਾਰਤੀ ਐਕਸਾ ਲਾਈਫ ਇੰਸ਼ੋਰੈਂਸ ਦੁਆਰਾ। ਨੈਕਸਟ ਚੱਲਾਂਗੇ ਐਗਰੀਮੈਂਟਸ ਦੇ ਵੱਲ। ਤਾਂ ਸਭ ਤੋਂ ਪਹਿਲਾ ਐਗਰੀਮੈਂਟ ਐਜੂਕੇਸ਼ਨ ਮਿਨਿਸਟਰੀ ਦੁਆਰਾ ਰਮੇਸ਼ ਪੋਖਰੀਆਲ ਨਿਸ਼ਾਂਕ ਅਨਾਊਂਸਮੈਂਟ ਕੀਤੀ ਗਈ ਕਿ UGC ਨੂੰ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਹੈ ਜਿਹੜੀ ਇਸ ਨੂੰ ਆਲ ਇੰਡੀਆ ਕਾਉਂਸਲ ਫॉर ਟੈਕਨੀਕਲ ਐਜੂਕੇਸ਼ਨ 2021 ਦੇ ਵਿੱਚ ਦੋਨਾਂ ਨੂੰ ਮਰਜ ਕੀਤਾ ਜਾਏਗਾ। ਦੋਨਾਂ ਨੂੰ ਇੱਕ ਦੂਜੇ ਦੇ ਨਾਲ ਮਰਜ ਕਰ ਦਿੱਤਾ ਜਾਏਗਾ। ਨੈਕਸਟ ਹੈ CIA। ਦੋ ਇੰਪੋਰਟੈਂਟ ਪਾਰਟਨਰਸ਼ਿਪ ਕੀਤੀਆਂ ਗਈਆਂ CIA ਦੁਆਰਾ। ਫਰਸਟ ਪਾਰਟਨਰਸ਼ਿਪ ਐਮਾਜ਼ੋਨ ਇੰਡੀਆ ਦੇ ਨਾਲ ਔਰ ਦੂਸਰੀ ਹੈ ਮਾਸਟਰ ਕਾਰਡ ਦੇ ਨਾਲ। ਨੈਕਸਟ ਹੈ ਭੂਟਾਨ ਦੁਆਰਾ ਬੇਸਿਕਲੀ ਕਹਿ ਸਕਦੇ ਹਾਂ ਡਿਪਲੋਮੈਟਿਕ ਟਾਈਜ਼ ਸਾਈਨ ਕੀਤੇ ਗਏ ਨੇ ਇਜ਼ਰਾਈਲ ਦੇ ਨਾਲ ਡਿਪਲੋਮੈਟਿਕ ਟਾਈਜ਼ ਕਿਹੜੀ ਕੰਟਰੀ ਨੇ ਸਾਈਨ ਕੀਤੇ ਨੇ? ਭੂਟਾਨ ਨੇ ਰੀਸੈਂਟਲੀ ਸਾਈਨ ਕੀਤੇ ਗਏ ਨੇ। ਯਾਦ ਰੱਖਾਂਗੇ। ਔਰ ਜ਼ਿਆਦਾ ਹਾਈਲਾਈਟਡ ਇਸ ਕਰਕੇ ਹੈ ਕਿਉਂਕਿ ਭੂਟਾਨ ਇੱਕ ਐਸੀ ਕੰਟਰੀ ਹੈ ਜੋ ਕਿ ਇਨਵਾਇਰਨਮੈਂਟ ਦੇ ਉੱਤੇ ਜ਼ਿਆਦਾ ਧਿਆਨ ਦਿੰਦੀ ਹੈ। ਠੀਕ ਹੈ ਜੀ। ਉਹ ਇਸ ਤਰੀਕੇ ਦੇ ਐਗਰੀਮੈਂਟ ਬਹੁਤ ਜ਼ਿਆਦਾ ਘੱਟ ਸਾਈਨ ਕਰਦੀ ਹੈ, ਇਸ ਕਰਕੇ ਇਹ ਇੰਪੋਰਟੈਂਟ ਰਹੇਗੀ। USA ਦੁਆਰਾ ਸੈਂਕਸ਼ਨਸ ਲਗਾਏ ਗਏ ਟਰਕੀ ਦੇ ਉੱਤੇ ਓਵਰ ਰਸ਼ੀਅਨ ਡਿਫੈਂਸ ਡੀਲ ਦੇ ਕਰਕੇ। S-400 ਮਿਸਾਈਲਸ ਬੇਸਿਕਲੀ ਆਰਡਰ ਕੀਤੀਆਂ ਗਈਆਂ ਨੇ ਟਰਕੀ ਦੁਆਰਾ ਰਸ਼ੀਆ ਤੋਂ। ਇੰਡੀਆ ਨੇ ਵੀ S-400 ਮਿਸਾਈਲ ਲਿੱਤੀਆਂ ਨੇ, ਯਾਦ ਰੱਖਾਂਗੇ। ਗੂਗਲ ਦੁਆਰਾ ਰਿਲਾਇੰਸ ਜੀਓ ਔਰ ਭਾਰਤੀ ਏਅਰਟੈਲ ਦੇ ਨਾਲ ਟਾਕ ਸ਼ੁਰੂ ਕੀਤੀਆਂ ਗਈਆਂ ਨੇ ਤਾਰਾ ਪ੍ਰੋਜੈਕਟ ਦੇ ਲਈ। ਬੇਸਿਕਲੀ ਤਾਰਾ ਪ੍ਰੋਜੈਕਟ ਹੈ ਜਿਹੜਾ ਇਹ ਹਾਈ ਸਪੀਡ ਇੰਟਰਨੈਟ ਯੂਜ਼ ਕਰਨ ਦੇ ਲਈ ਬਣਾਇਆ ਜਾ ਰਿਹਾ ਹੈ ਲਾਈਟ ਬੀਮਸ ਦੁਆਰਾ। ਮੋਰੋਕੋ ਚੌਥੀ ਐਸੀ ਅਰਬ ਕੰਟਰੀ ਬਣੀ ਹੈ UAE, ਬਹਿਰੇਨ ਔਰ ਸੁਡਾਨ ਤੋਂ ਬਾਅਦ ਜਿਸਨੇ ਇਜ਼ਰਾਈਲ ਦੇ ਨਾਲ ਆਪਣੇ ਰਿਲੇਸ਼ਨਸ ਅੱਛੇ ਕੀਤੇ ਨੇ 2020 ਦੇ ਵਿੱਚ। ਠੀਕ ਹੈ ਜੀ। ਇਸ ਤੋਂ ਇਲਾਵਾ ਜਾਰਡਨ ਔਰ ਇਜਿਪਟ ਯਾਦ ਰੱਖਾਂਗੇ। ਇਹ ਦੋ ਕੰਟਰੀਜ਼ ਵੀ ਇਜ਼ਰਾਈਲ ਦੇ ਨਾਲ ਰਿਲੇਸ਼ਨ ਅੱਛੇ ਕਰ ਚੁੱਕੀ ਹੈ ਪਹਿਲੇ। ਨੈਕਸਟ ਹੈ ਇੰਡੀਆ ਪਲੇਜਿਸ $1 ਮਿਲੀਅਨ। ਇੰਡੀਆ ਨੇ $1 ਮਿਲੀਅਨ ਦੀ ਅਨਾਊਂਸਮੈਂਟ ਕੀਤੀ ਹੈ ਵਾਡਾ ਦੇ ਲਈ। ਵਰਲਡ ਐਂਟੀ ਡੋਪਿੰਗ ਏਜੰਸੀ ਹੈੱਡਕੁਆਟਰ ਮੌਂਟਰੀਅਲ ਕੈਨੇਡਾ ਦੇ ਵਿੱਚ ਹੈ। ਇਸ ਨੂੰ ਇੰਡੀਆ ਕਿੰਨੀ ਅਮਾਊਂਟ ਦੇ ਰਿਹਾ? ਤਾਂ $1 ਮਿਲੀਅਨ ਦੀ ਅਮਾਊਂਟ ਦੇ ਰਿਹਾ ਸਾਇੰਟੀਫਿਕ ਰਿਸਰਚ ਦੇ ਲਈ। ਨੈਕਸਟ ਹੈ ADB ਦੁਆਰਾ 9 ਬਿਲੀਅਨ ਦੀ ਏਸ਼ੀਆ ਪੈਸੀਫਿਕ ਵੈਕਸੀਨ ਅਸੈਸ ਫੈਸਿਲਿਟੀ 9 ਬਿਲੀਅਨ ਏਸ਼ੀਆ ਪੈਸੀਫਿਕ ਵੈਕਸੀਨ ਅਸੈਸ ਫੈਸਿਲਿਟੀ ਅਨਾਊਂਸਮੈਂਟ ਕੀਤੀ ਗਈ ਹੈ। ਐਪਵੈਕਸ ਇਨੀਸ਼ੀਏਟਿਵ ਲਾਂਚ ਕੀਤਾ ਗਿਆ ਹੈ ਜਿਸ ਦੇ ਅੰਡਰ ਡਿਵੈਲਪਿੰਗ ਕੰਟਰੀਜ਼ ਨੂੰ ਅਮਾਊਂਟ ਪ੍ਰੋਵਾਈਡ ਕੀਤੀ ਜਾਏਗੀ। NDB ਦੀ ਗੱਲ ਕਰਦੇ ਹਾਂ। ਨਿਊ ਡਿਵੈਲਪਮੈਂਟ ਬੈਂਕ ਦੁਆਰਾ ਲੋਨ ਐਗਰੀਮੈਂਟ ਸਾਈਨ ਕੀਤਾ ਗਿਆ $1000 ਮਿਲੀਅਨ ਦਾ। $1000 ਮਿਲੀਅਨ ਇੰਡੀਆ ਨੂੰ ਪ੍ਰੋਵਾਈਡ ਕਰੇਗਾ ਆਤਮ ਨਿਰਭਰ ਭਾਰਤ ਅਭਿਆਨ ਦੇ ਅੰਡਰ। ਗਵਰਨਮੈਂਟ ਆਫ ਇੰਡੀਆ ਔਰ ਵਰਲਡ ਬੈਂਕ ਨੇ $400 ਮਿਲੀਅਨ ਦਾ ਐਗਰੀਮੈਂਟ ਸਾਈਨ ਕੀਤਾ ਟੂ ਸਪੋਰਟ ਇੰਡੀਆਜ਼ ਐਫਰਟਸ ਐਟ ਪ੍ਰੋਵਾਈਡਿੰਗ ਸੋਸ਼ਲ ਅਸਿਸਟੈਂਸ ਟੂ ਪੂਅਰ ਐਂਡ ਵਲਨਰੇਬਲ ਹਾਊਸਹੋਲਡ। ਬੇਸਿਕਲੀ ਗਰੀਬ ਲੋਕਾਂ ਨੂੰ COVID-19 ਦੇ ਦੌਰਾਨ ਸੋਸ਼ਲ ਅਸਿਸਟੈਂਸ ਪ੍ਰੋਵਾਈਡ ਕਰਵਾਉਣ ਦੇ ਲਈ 400 ਮਿਲੀਅਨ ਵਰਲਡ ਬੈਂਕ ਦੇ ਰਿਹਾ। ਨੋਰਵੇਜੀਅਨ ਇੰਸਟੀਚਿਊਟ ਆਫ ਬਾਇਓ ਇਕਨੋਮੀ ਰਿਸਰਚ ਡਾਇਰੈਕਟਲੀ ਯਾਦ ਰੱਖਾਂਗੇ ਕਿ ਨਾਰਵੇ ਦੇ ਨਾਲ ਇੰਡੀਆ ਨੇ ਐਗਰੀਮੈਂਟ ਸਾਈਨ ਕੀਤਾ। ਇੰਡੀਆ ਦੀ ਸੀ ਗੰਗਾ ਕੀ ਹੈ? ਇੱਕ ਥਿੰਕ ਟੈਂਕ ਹੈ ਨੈਸ਼ਨਲ ਮਿਸ਼ਨ ਫॉर ਕਲੀਨ ਗੰਗਾ ਦਾ ਥਿੰਕ ਟੈਂਕ ਹੈ। ਇਸਨੇ ਸਲਜ ਮੈਨੇਜਮੈਂਟ ਫਰੇਮਵਰਕ ਦੇ ਲਈ ਐਗਰੀਮੈਂਟ ਸਾਈਨ ਕੀਤਾ ਹੈ। ਵਰਲਡ ਬੈਂਕ ਦੁਆਰਾ ਹੀ 100 ਮਿਲੀਅਨ ਦਾ ਐਗਰੀਮੈਂਟ ਸਾਈਨ ਕੀਤਾ ਗਿਆ ਛੱਤੀਸਗੜ੍ਹ ਦੇ ਵਿੱਚ ਟਰਾਈਬਲ ਹਾਊਸਹੋਲਡਸ ਨੂੰ ਸਸਟੇਨੇਬਲ ਪ੍ਰੋਡਕਸ਼ਨ ਸਿਸਟਮ ਪ੍ਰੋਵਾਈਡ ਕਰਵਾਉਣ ਦੇ ਲਈ। ਗਵਰਨਮੈਂਟ ਆਫ ਕਰਨਾਟਕਾ ਦੁਆਰਾ ਬ੍ਰਿਟਿਸ਼ ਕਾਉਂਸਲ ਦੇ ਨਾਲ ਕਰਨਾਟਕਾ ਦੁਆਰਾ UK ਕਹਿ ਸਕਦੇ ਹਾਂ ਜਾਂ ਇੰਗਲੈਂਡ ਕਹਿ ਸਕਦੇ ਹਾਂ ਐਗਰੀਮੈਂਟ ਸਾਈਨ ਕੀਤਾ ਗਿਆ
किस दे लई? टू फर्दर बायोलैटरल कोऑपरेशन इन हाईयर एजुकेशन के फील्ड दे विच। इस दे रिलेटेड एक चीज़ इंपोर्टेंट रहेगी कि यह एग्रीमेंट बेंगलुरु दे विच साइन किया गया है और डोमिनिक रैब ने जिहड़े ये फॉरन सैक्रटरी ने यूके दे फॉरन सैक्रटरी ने ये इंडिया की विजिट ते सीगे। ये करनाटका आए सी। करनाटका दे विच बेंगलुरु दे विच इन्हां ने चीफ मिनिस्टर ऑफ करनाटका दे नाल जो कि वाजूभाई वाला ने इन्हां दे नाल मिल के एग्रीमेंट साइन किया है। ठीक है जी। इस तो इलावा एक इंपॉर्टेंट चीज़ याद रखांगे कि डोमिनिक राब दे नाल ही डोमिनिक थीम का नाम डिस्कस करते हैं। तो डोमिनिक थीम किहड़ी कंट्री तो बिलोंग करते हैं? टेनिस प्लेयर ने, ऑस्ट्रिया तो बिलोंग करते हैं। नैक्सट है कुछ बुक्स डिस्कस करते हैं। दो इंपॉर्टेंट चीज़ां डिस्कस की अपने नीति आयोग। एक तो नीति आयोग द्वारा विजन 2035 एक बुकलेट लॉन्च की गई, विजन 2035। इस तो इलावा लोक सभा के स्पीकर, ये न्यूज़ अपने अद्धी डिस्कस की, हुण पूरी डिस्कस कर लें कि जिहड़े लोक सभा के स्पीकर ने ओम बिरला, इन्हां द्वारा एक बुक रिलीज़ की गई सी द शौर्य अनबाउंड, जो कि सीआरपीएफ दी करेज स्टोरीज उत्ते एक बुक सी। इस बुक नूं लिखिया किन्हां ने सी? ऑथर दे नाम डिस्कस करने रह गए सी। तो ऑथर सीगे एक तो नीतू इसके ऑथर सी, दूसरे इसके ऑथर सी एम धीनाकरन और नीतू द्वारा इस बुक नूं लिखा गया सी। और इसके हिंदी वर्जन का नाम है समुंदर समावे बूंद में। द शौर्य अनबाउंड बुक का हिंदी वर्जन समुंदर समावे बूंद में। नैक्सट है अवार्ड्स की गल करते हैं। सब तो पहले टाइम्स मैगजीन 2020 की गल करते हैं। द पर्सन ऑफ द ईयर जो बिडन और कमला हैरिस नूं नामित किया गया। इसी दे नाल 2020 एथलीट ऑफ द ईयर यूएसए के बास्केटबॉल प्लेयर लैब्रॉन जेम्स नूं नामित किया गया। बिजनेस पर्सन ऑफ द ईयर तो जेडम नज़दीक जो कि सीईओ ने जूम कंपनी के, इन्हां नूं नामित किया गया। इसी दे नाल टाइम्स मैगजीन 2019 पर्सन ऑफ द ईयर याद रखेंगे तो ग्रेटा थनबर्ग जो कि स्वीडन तो बिलोंग करते हैं। इस मैगजीन 1927 के शुरू किया गया सी। इसी दे नाल हीरोज़ ऑफ 2020 एक इंडियन नाम इंपोर्टेंट रहेगा। इंडियन अमेरिकन राहुल दुबे नूं हीरोज़ ऑफ 2020 नामित किया गया है टाइम्स मैगजीन द्वारा। नैक्सट है सोनू सूद द्वारा 50 एशियन सैलीब्रिटीज़ की लिस्ट में टॉप किया गया है, जिसनों रिलीज़ किया गया, पब्लिश किया गया यूके बेस्ड ईस्टर्न आइज न्यूज़पेपर द्वारा। IIT रुड़की की गल करते हैं। मोस्ट इनोवेटिव रिसर्च इंस्टीट्यूट ऑफ द ईयर अंडर इनोवेशन कोशेंट इन CII इंडस्ट्रियल इनोवेशन अवार्ड 2020। मनीष कुमार की गल करते हैं। बिहार तो बिलोंग करते हैं। इन्हां द्वारा प्रोफैसर यशवंत राव केलकर यूथ अवार्ड 2020 जितया गया। मनीष कुमार बिहार तो बिलोंग करते हैं। प्रोफैसर यशवंत राव केलकर यूथ अवार्ड 2020। यूनेस्को द्वारा डिसाइड किया गया कि क्रिएटिव इकोनॉमी के फील्ड एक इंटरनेशनल प्राइज़ बनाया जाएगा किन्हां दे नाम ते? बंगबंधु शेख मुजीबुर रहमान के नाम ते। प्राइज़ मनी इंपोर्टेंट रहेगी, $50,000 इस दे विच प्राइज़ मनी रहेगी। इसी दे नाल यूनेस्को द्वारा 2021 नूं इंटरनेशनल ईयर ऑफ क्रिएटिव इकोनॉमी फॉर सस्टेनेबल डेवलपमेंट भी नामित किया गया। अशरफ पटेल की गल करते हैं। सोशल एंटरप्रेन्योर ऑफ द ईयर अवार्ड दिता गया इन्हों किन्हां द्वारा? वूमेन्स एंड चाइल्ड डेवलपमेंट मिनिस्टर स्मृति ईरानी द्वारा। अशरफ पटेल वूमेन ने जिहड़े एक को फाउंडर ने प्रवाह और कौम म्यूटिनी यूथ कलैक्टिव दे। बिल गेट्स नूं लाइफ टाइम अचीवमेंट अवार्ड दिता गया टाई ग्लोबल समिट 2020 दे विच। 2020 इंटरनेशनल भारती फैसटिवल की गल करते हैं, जिसनों इनोग्रेट किया गया सी। लास्ट वीक आप डिस्कस किया सी। इसनों इनोग्रेट किया गया सी प्राइम मिनिस्टर नरेंद्र मोदी द्वारा। ठीक है जी। इस दे विच सीनी विश्वानाथन नूं 2020 भारती अवार्ड दिता गया। शुभेंद्र सेन गुप्ता और राजीव आईपे ने जिहड़े दोनों नूं बिग लिटल बुक अवार्ड 2020 दिता गया। बिग लिटल बुक अवार्ड 2020 पराग इनिशिएटिव ऑफ टाटा ट्रस्ट द्वारा यह अवार्ड
ਦਿੱਤਾ ਜਾਂਦਾ ਹੈ। ਇੰਡੀਅਨ ਪੋਸਟ ਪੇਮੈਂਟ ਬੈਂਕ ਦੀ ਗੱਲ ਕਰਦੇ ਹਾਂ ਤਾਂ ਮੇਘਦੂਤ ਅਵਾਰਡ ਦਿੱਤਾ ਗਿਆ ਇਹਨਾਂ ਦੁਆਰਾ। ਮੇਘਦੂਤ ਅਵਾਰਡ ਕਿਹਨਾਂ ਨੂੰ ਦਿੱਤਾ? ਕੀਰਤਨ ਨਾਇਕ ਨੂੰ। ਕੀਰਤਨ ਨਾਇਕ ਇੱਕ ਐਂਪਲੋਈ ਨੇ, ਇਹਨਾਂ ਨੂੰ ਅਵਾਰਡ ਮੇਘਦੂਤ ਅਵਾਰਡ ਦਿੱਤਾ ਗਿਆ। ਕੁਐਸਚਨ ਇਹ ਵੀ ਪੁੱਛਿਆ ਜਾ ਸਕਦਾ ਕਿ ਮੇਘਦੂਤ ਅਵਾਰਡ ਹੈ ਜਿਹੜਾ ਇਹ ਕਿਸ ਫੀਲਡ ਦੇ ਨਾਲ ਰਿਲੇਟਡ ਹੈ? ਤਾਂ ਇਹ ਪੋਸਟਲ ਸਰਵਿਸ ਦੇ ਨਾਲ ਰਿਲੇਟਡ ਹੈ। 2018 ਦੇ ਵਿੱਚ ਇੰਡੀਅਨ ਪੋਸਟ ਪੇਮੈਂਟ ਬੈਂਕ ਬਣਾਇਆ ਗਿਆ ਸੀ, ਨਿਊ ਦਿੱਲੀ ਦੇ ਵਿੱਚ ਹੈੱਡਕੁਆਟਰ ਹੈ ਔਰ ਜੇ ਵੈਂਕਟਾ ਰਾਮੂ ਇਸ ਦੇ ਹੈਡ। ਨੈਕਸਟ ਹੈ ਯੂਨਾਈਟਿਡ ਨੇਸ਼ਨਸ ਐਨਵਾਇਰਨਮੈਂਟ ਪ੍ਰੋਗਰਾਮ UNEP ਦੁਆਰਾ ਅਵਾਰਡ ਨਾਮਿਤ ਕੀਤੇ ਗਏ 2020 ਚੈਂਪੀਅਨਸ ਆਫ ਦਾ ਅਰਥ ਅਵਾਰਡ। ਨਾਇਰੋਬੀ ਕੇਨੀਆ ਦੇ ਵਿੱਚ ਹੈੱਡਕੁਆਟਰ ਹੈ ਔਰ 1972 ਦੇ ਵਿੱਚ ਇਸ ਨੂੰ ਬਣਾਇਆ ਗਿਆ ਸੀ। ਅਵਾਰਡ ਦੀ ਗੱਲ ਕਰਦੇ ਤਾਂ 6 ਲੋਕਾਂ ਨੂੰ ਅਵਾਰਡ ਦਿੱਤਾ ਗਿਆ ਚੈਂਪੀਅਨਸ ਆਫ ਦਾ ਅਰਥ ਅਵਾਰਡ। ਤਾਂ ਪ੍ਰਾਈਮ ਮਿਨਿਸਟਰ ਆਫ ਫਿਜੀ ਫਰੈਂਕ ਬੈਰੇਨਾਮਾ, ਸ਼ੂਕੋਬ ਸਵਾਡੋਗੋ ਜੋ ਕਿ ਬੁਰਕੀਨਾ ਫਾਸੋ ਤੋਂ ਬਿਲੋਂਗ ਕਰਦੇ ਨੇ। ਇਹ ਨਾਮ ਇੰਪੋਰਟੈਂਟ ਨਹੀਂ ਬਣੇਗੇ, ਸਿਰਫ ਇਹ ਨਾਮ ਜ਼ਿਆਦਾ ਇੰਪੋਰਟੈਂਟ ਬਣੇਗਾ, ਯਾਦ ਰੱਖਾਂਗੇ। ਪ੍ਰਾਈਮ ਮਿਨਿਸਟਰ ਆਫ ਫਿਜੀ ਫਰੈਂਕ ਬੈਰੇਨਾਮਾ। ਇਸ ਤੋਂ ਇਲਾਵਾ ਇੱਕ ਹੋਰ ਨਾਮ ਇੰਪੋਰਟੈਂਟ ਬਣੇਗਾ ਯੰਗ ਚੈਂਪੀਅਨਸ ਆਫ ਦਾ ਅਰਥ ਅਵਾਰਡ ਦੀ ਗੱਲ ਕਰਦੇ ਹਾਂ ਤਾਂ ਕਿਹਨੂੰ ਦਿੱਤਾ ਗਿਆ? ਵਿਦਯੁਤ ਮੋਹਨ ਨੂੰ। ਇੱਕ ਇੰਡੀਅਨ ਨਾਮ ਵਿਦਯੁਤ ਮੋਹਨ ਜੋ ਕਿ ਕੋ ਫਾਊਂਡਰ ਨੇ ਤਕਾਚਾਰ ਦੇ ਕੋ ਫਾਊਂਡਰ ਨੇ, ਯਾਦ ਰੱਖਾਂਗੇ। ਇਹਨਾਂ ਨੂੰ ਪ੍ਰਾਈਜ਼ ਦਿੱਤਾ ਗਿਆ UNEP ਦੁਆਰਾ, ਯੰਗ ਚੈਂਪੀਅਨਸ ਆਫ ਦਾ ਅਰਥ ਪ੍ਰਾਈਜ਼। ਨੈਕਸਟ ਹੈ ਸੇਲ ਸਟੀਲ ਅਥਾਰਟੀ ਆਫ ਇੰਡੀਆ ਲਿਮਿਟਡ ਹੈ ਜਿਹੜੀ 1954 ਦੇ ਵਿੱਚ ਬਣਾਈ ਗਈ ਸੀ। ਦਿੱਲੀ ਦੇ ਵਿੱਚ ਹੈੱਡਕੁਆਟਰ ਹੈ ਔਰ ਸੋਮਾ ਮੰਡਲ ਨੇ ਜਿਹੜੇ ਇਸ ਦੇ ਹੈੱਡ ਨੇ। ਇਹਨਾਂ ਨੂੰ ਅਵਾਰਡ ਦਿੱਤਾ ਗਿਆ ਗੋਲਡਨ ਪੀਕੌਕ ਐਨਵਾਇਰਨਮੈਂਟ ਮੈਨੇਜਮੈਂਟ ਅਵਾਰਡ। ਗੋਲਡਨ ਪੀਕੌਕ ਮੈਨੇਜਮੈਂਟ ਅਵਾਰਡ ਜਿਹੜਾ ਦਿੱਤਾ ਗਿਆ 2020 ਦਾ ਸੇਲ ਨੂੰ। ਇਸਰੋ ਦੇ ਚੇਅਰਮੈਨ ਨੇ ਕੇ ਸਿਵਾਨ, ਇਹਨਾਂ ਨੂੰ ਸੂਰਿਆ ਭੂਸ਼ਣ ਇੰਟਰਨੈਸ਼ਨਲ ਅਵਾਰਡ ਦਿੱਤਾ ਗਿਆ। ਇਸਰੋ ਚੇਅਰਮੈਨ ਕੇ ਸਿਵਾਨ ਨੂੰ ਸੂਰਿਆ ਭੂਸ਼ਣ ਇੰਟਰਨੈਸ਼ਨਲ ਅਵਾਰਡ ਦਿੱਤਾ ਗਿਆ ਸੂਰਿਆ ਦੱਤਾ ਗਰੁੱਪ ਆਫ ਇੰਸਟੀਚਿਊਟਸ ਦੁਆਰਾ। ਨਹਿਰੂ ਜੂਲੌਜੀਕਲ ਪਾਰਕ ਹੈਦਰਾਬਾਦ ਦੇ ਵਿੱਚ ਹੈ, ਤੇਲੰਗਾਨਾ ਦੇ ਵਿੱਚ। ਇਸ ਨੂੰ ISO ਸਰਟੀਫਿਕੇਟ ਦਿੱਤਾ ਗਿਆ ਹੈ, ਯਾਦ ਰੱਖਾਂਗੇ। USA ਦੇ ਫਲੋਇਡ ਮੇਵੈਦਰ ਔਰ ਲੈਲਾ ਅਲੀ ਨੂੰ ਇੰਟਰਨੈਸ਼ਨਲ ਬਾਕਸਿੰਗ ਹਾਲ ਆਫ ਫੇਮ ਦੇ ਵਿੱਚ ਐਡ ਕੀਤਾ ਗਿਆ। ਸੋਫੀਆ ਕੈਨਿਨ ਜੋ ਕਿ USA ਦੇ ਟੈਨਿਸ ਪਲੇਅਰ ਨੇ, ਇਹਨਾਂ ਨੂੰ WTA ਪਲੇਅਰ ਅਵਾਰਡ ਦਿੱਤੇ ਗਏ ਨੇ। ਪਲੇਅਰ ਅਵਾਰਡ 2020 ਕਿਹਨਾਂ ਦਿੱਤਾ ਗਿਆ? ਸੋਫੀਆ ਕੈਨਿਨ ਨੂੰ। ਇਹਨਾਂ ਦੁਆਰਾ ਹੀ ਆਸਟ੍ਰੇਲੀਅਨ ਓਪਨ 2020 ਵੂਮਨ ਸਿੰਗਲ ਟਾਈਟਲ ਵੀ ਜਿੱਤਿਆ ਗਿਆ ਸੀ। ਲੂਸੀ ਬ੍ਰੌਂਜ ਜੋ ਕਿ ਇੰਗਲੈਂਡ ਤੋਂ ਬਿਲੋਂਗ ਕਰਦੇ ਨੇ ਔਰ ਰੋਬਰਟ ਲੈਵਨਡੋਸਕੀ ਜੋ ਕਿ ਪੋਲੈਂਡ ਤੋਂ ਬਿਲੋਂਗ ਕਰਦੇ ਨੇ। ਇਹਨਾਂ ਨੂੰ FIFA ਬੈਸਟ ਪਲੇਅਰ ਅਵਾਰਡ 2020 ਦਿੱਤੇ ਗਏ ਨੇ। ਇਹਨਾਂ ਨੂੰ ਫੀਮੇਲ ਕੈਟੇਗਰੀ ਦੇ ਵਿੱਚ ਔਰ ਰੋਬਰਟ ਲੈਵਨਡੋਸਕੀ ਨੂੰ ਮੇਲ ਕੈਟੇਗਰੀ ਦੇ ਵਿੱਚ। ਪੋਲੈਂਡ ਤੋਂ ਬਿਲੋਂਗ ਕਰਦੇ ਨੇ, ਯਾਦ ਰੱਖਾਂਗੇ। ਕੇਰਲਾ ਬੇਸਡ ESAF ਸਮਾਲ ਫਾਈਨੈਂਸ ਬੈਂਕ ਕਿੱਥੇ ਹੈ? ਹੈੱਡਕੁਆਟਰ ਕੇਰਲਾ ਦੇ ਵਿੱਚ ਹੈ। ਇਸਨੇ ਗਲੋਬਲ ਸਸਟੇਨੇਬਿਲਿਟੀ ਅਵਾਰਡ 2020 ਜਿੱਤਿਆ। ਗਲੋਬਲ ਸਸਟੇਨੇਬਿਲਿਟੀ ਅਵਾਰਡ 2020। ਨੈਕਸਟ ਹੈ ਇੰਪੋਰਟੈਂਟ ਡੇਜ਼। ਤਾਂ ਸਭ ਤੋਂ ਪਹਿਲੇ 11 ਦਸੰਬਰ ਨੂੰ ਯੂਨੀਸੈਫ ਡੇ ਓਬਜ਼ਰਵ ਕੀਤਾ ਗਿਆ। ਯੂਨੀਸੈਫ ਨਿਊਯਾਰਕ ਦੇ ਵਿੱਚ ਹੈੱਡਕੁਆਟਰ ਹੈ, HH4 ਹੈੱਡ ਨੇ ਔਰ 1946 ਦੇ ਵਿੱਚ ਬਣਾਇਆ ਗਿਆ ਸੀ, ਯਾਨੀ ਕਿ 74th ਐਨੀਵਰਸਰੀ ਓਬਜ਼ਰਵ ਕੀਤੀ ਗਈ ਹੈ। 12 ਦਸੰਬਰ ਨੂੰ ਇੰਟਰਨੈਸ਼ਨਲ ਯੂਨੀਵਰਸਲ ਹੈਲਥ ਕਵਰੇਜ ਡੇ ਓਬਜ਼ਰਵ ਕੀਤਾ ਗਿਆ। ਥੀਮ ਰਹੀ ਹੈਲਥ ਫॉर ਆਲ ਪ੍ਰੋਟੈਕਟ ਐਵਰੀਵਨ। ਇੰਟਰਨੈਸ਼ਨਲ ਡੇ ਆਫ ਨਿਊਟਰੈਲਿਟੀ ਤਾਂ 12 ਦਸੰਬਰ ਨੂੰ ਇੰਟਰਨੈਸ਼ਨਲ ਡੇ ਆਫ ਨਿਊਟਰੈਲਿਟੀ 12 ਦਸੰਬਰ ਨੂੰ ਓਬਜ਼ਰਵ ਕੀਤਾ ਗਿਆ। 14 ਦਸੰਬਰ ਨੂੰ ਨੈਸ਼ਨਲ ਐਨਰਜੀ ਕੰਜ਼ਰਵੇਸ਼ਨ ਡੇ। ਹੁਣੇ ਆਪਾਂ ਉੱਤਰਾਖੰਡ ਰਿਲੇਟਡ ਨਿਊਜ਼ ਡਿਸਕਸ ਕੀਤੀ ਸੀ, ਯਾਦ ਰੱਖਾਂਗੇ। 14 ਦਸੰਬਰ ਵਰਲਡ ਮੌਂਕੀ ਡੇ। 14 ਦਸੰਬਰ ਨੂੰ ਹੀ ਬੰਗਲਾਦੇਸ਼ ਦੁਆਰਾ ਮਾਰਟਿਅਰਡ ਇੰਟੈਲੈਕਚੁਅਲ ਡੇ ਵੀ ਓਬਜ਼ਰਵ ਕੀਤਾ ਗਿਆ। 15 ਦਸੰਬਰ ਨੂੰ 70th ਡੈਥ ਐਨੀਵਰਸਰੀ ਓਬਜ਼ਰਵ ਕੀਤੀ ਗਈ। ਪਹਿਲੇ ਡਿਪਟੀ ਪ੍ਰਾਈਮ ਮਿਨਿਸਟਰ ਔਰ ਪਹਿਲੇ ਹੋਮ ਮਿਨਿਸਟਰ ਇੰਡੀਆ ਦੇ ਕੌਣ ਨੇ? ਸਰਦਾਰ ਵੱਲਭ ਭਾਈ ਪਟੇਲ ਦੀ 70th ਡੈਥ ਐਨੀਵਰਸਰੀ ਓਬਜ਼ਰਵ ਕੀਤੀ ਗਈ। ਇਹਨਾਂ ਨੂੰ ਆਇਰਨ ਮੈਨ ਆਫ ਇੰਡੀਆ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇੰਟਰਨੈਸ਼ਨਲ ਟੀ ਡੇ ਨੂੰ 15 ਦਸੰਬਰ ਨੂੰ ਓਬਜ਼ਰਵ ਕੀਤਾ ਜਾਂਦਾ ਹੈ। 16 ਦਸੰਬਰ ਨੂੰ ਵਿਜੇ ਦਿਵਸ ਓਬਜ਼ਰਵ ਕੀਤਾ ਜਾਂਦਾ ਹੈ। 16 ਦਸੰਬਰ 1971 ਤੋਂ ਕਹਿ ਸਕਦੇ ਹਾਂ ਕਿ ਪਾਕਿਸਤਾਨ ਆਰਮੀ ਦੁਆਰਾ ਸਰੈਂਡਰ ਕੀਤਾ ਗਿਆ ਸੀ 1971 ਅਗੇਂਸਟ ਇੰਡੀਆ ਐਜ਼ ਅ ਪਾਰਟ ਆਫ
50 ਈਅਰਸ ਇੰਡੋ ਪਾਕ ਵਾਰ ਇਸ ਸਾਲ ਨੂੰ ਸਮਰਨਿੰਗ ਵਿਜੇ ਵਰਸ਼ ਵੀ ਨਾਮਿਤ ਕੀਤਾ ਗਿਆ। ਇसी ਦੇ ਨਾਲ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੁਆਰਾ ਸਵਰਨਿਮ ਵਿਜੇ ਮਸ਼ਾਲ ਨੂੰ ਲਿਟਅਪ ਕੀਤਾ ਗਿਆ, ਜਲਾਇਆ ਗਿਆ। ਕਿੱਥੇ? ਨੈਸ਼ਨਲ ਵਾਰ ਮੈਮੋਰੀਅਲ। ਇਹ ਕਿੱਥੇ ਹੈ? ਇਹ ਨਿਊ ਦਿੱਲੀ ਦੇ ਵਿੱਚ ਹੈ। ਯੂਨਾਈਟਿਡ ਨੇਸ਼ਨਸ ਦੁਆਰਾ ਐਪੀਡੈਮਿਕ ਪ੍ਰੀਪੇਅਰਡਨੈਸ ਡੇ ਓਬਜ਼ਰਵ ਕੀਤਾ ਗਿਆ 27 ਦਸੰਬਰ ਨੂੰ ਓਬਜ਼ਰਵ ਕੀਤਾ ਜਾਏਗਾ। ਠੀਕ ਹੈ ਜੀ, ਅਨਾਊਂਸਮੈਂਟ ਕੀਤੀ ਗਈ ਹੈ ਕਿ ਇਸ ਨੂੰ ਓਬਜ਼ਰਵ ਕੀਤਾ ਜਾਏਗਾ। 18 ਦਸੰਬਰ ਨੂੰ ਇੰਟਰਨੈਸ਼ਨਲ ਮਾਈਗ੍ਰੈਂਟ ਡੇ ਓਬਜ਼ਰਵ ਕੀਤਾ ਗਿਆ। ਥੀਮ ਰਹੀ ਰੀਇਮੈਜਨਿੰਗ ਹਿਊਮਨ ਮੋਬਿਲਿਟੀ। ਅਪਾਇੰਟਮੈਂਟਸ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲੇ RBI ਦੁਆਰਾ ਉਦੇ ਕੋਟਕ ਨੂੰ ਰੀਅਪਾਇੰਟ ਕੀਤਾ ਗਿਆ ਕੋਟਕ ਮਹਿੰਦਰਾ ਬੈਂਕ ਦੇ MD and CEO ਅਗਲੇ 3 ਸਾਲਾਂ ਦੇ ਲਈ। ਰਾਜੀਵ ਸ਼ੁਕਲਾ ਅਪਾਇੰਟ ਕੀਤੇ ਗਏ ਨੇ ਵਾਈਸ ਪ੍ਰੈਜ਼ੀਡੈਂਟ ਆਫ BCCI ਦੇ ਵਾਈਸ ਪ੍ਰੈਜ਼ੀਡੈਂਟ ਬਣਾਏ ਜਾਣਗੇ ਰਾਜੀਵ ਸ਼ੁਕਲਾ। ਬੋਰਡ ਆਫ ਕ੍ਰਿਕਟ ਕੰਟਰੋਲ ਆਫ ਇੰਡੀਆ ਮੁੰਬਈ ਦੇ ਵਿੱਚ ਹੈੱਡਕੁਆਟਰ ਹੈ ਔਰ ਪ੍ਰੈਜ਼ੀਡੈਂਟ ਨੇ ਸੌਰਵ ਗਾਂਗੁਲੀ। ਰਾਜਾ ਚਾਰੀ ਇੱਕ ਇੰਡੀਅਨ ਅਮਰੀਕਨ ਨੇ, ਇਹਨਾਂ ਨੂੰ ਨਾਸਾ ਦੀ ਆਰਟੇਮਿਸ ਟੀਮ ਦੇ ਵਿੱਚ ਐਡ ਕੀਤਾ ਗਿਆ ਹੈ। ਇਕਲੌਤੇ ਇੰਡੀਅਨ ਅਮਰੀਕਨ ਪਰਸਨ ਜਿਹੜੇ 18 ਐਸਟਰੋਨੌਟਸ ਦੇ ਵਿੱਚ ਐਡ ਕੀਤੇ ਗਏ ਨੇ। 9 ਮੈਨ ਔਰ 9 ਵੂਮੈਨ ਮੂਨ 'ਤੇ ਭੇਜੇ ਜਾਣਗੇ 2024 ਦੇ ਵਿੱਚ, ਜਿਸ ਦੇ ਅੰਡਰ ਬੇਸਿਕਲੀ ਇੱਕ ਮੈਨ ਔਰ ਇੱਕ ਵੂਮੈਨ ਨੂੰ ਉੱਥੇ ਹੀ ਛੱਡ ਕੇ ਆ ਜਾਏਗਾ। ਇਹ ਫੈਕਟ ਇੰਪੋਰਟੈਂਟ ਬਣੇਗਾ। ਪਹਿਲੇ ਆਪਣਾ ਡਿਸਕਸ ਕਰਨਾ ਰਹਿ ਗਿਆ ਸੀ ਕਿ ਜਿਹੜਾ ਇਹ ਮਿਸ਼ਨ ਹੈ ਨਾਸਾ ਦਾ ਆਰਟੇਮਿਸ ਮਿਸ਼ਨ, ਇਸ ਦੇ ਅੰਡਰ ਇੱਕ ਮੈਨ ਔਰ ਇੱਕ ਵੂਮੈਨ ਕੁਝ ਟਾਈਮ ਦੇ ਲਈ ਮੂਨ ਦੇ ਉੱਤੇ ਰਹਿਣਗੇ। RBI ਦੁਆਰਾ ਐਲੀਵੇਟਡ 3 ਚੀਫ ਜਨਰਲ ਮੈਨੇਜਰ ਨੂੰ ਐਗਜ਼ੀਕਿਊਟਿਵ ਡਾਇਰੈਕਟਰ ਬਣਾਇਆ ਗਿਆ। RBI ਦੁਆਰਾ R ਸੁਬਰਾਮਨੀਅਨ, ਰੋਹਿਤ ਜੈਨ ਔਰ RS ਰਾਠੋ। ਅਪਾਇੰਟਮੈਂਟਸ ਦੇ ਵਿੱਚ ਡਿਸਕਸ ਕਰ ਰਹੇ ਹਾਂ ਤਾਂ ਸੈਬਰੀਨਾ ਫਿਲਮੋਜ਼ਰ ਜੋ ਕਿ ਆਸਟਰੀਆ ਤੋਂ ਬਿਲੋਂਗ ਕਰਦੇ ਨੇ। ਆਸਟਰੀਆ ਕੈਪੀਟਲ ਵਿਆਨਾ ਹੈ, ਕਰੰਸੀ ਯੂਰੋ ਚੱਲਦੀ ਹੈ। ਅਤੇ ਦੂਸਰੇ ਫਲੈਵੀਓ ਕੈਂਟੋ ਜੋ ਕਿ ਬ੍ਰਾਜ਼ੀਲ ਤੋਂ ਬਿਲੋਂਗ ਕਰਦੇ ਨੇ। ਦੋਨਾਂ ਨੂੰ ਕਲਾਈਮੇਟ ਐਂਬੈਸਡਰਸ ਅਪਾਇੰਟ ਕੀਤਾ ਗਿਆ ਇੰਟਰਨੈਸ਼ਨਲ ਜੂਡੋ ਫੈਡਰੇਸ਼ਨ ਦਾ। ਇੰਟਰਨੈਸ਼ਨਲ ਜੂਡੋ ਫੈਡਰੇਸ਼ਨ 1951 ਦੇ ਵਿੱਚ ਬਣਾਈ ਗਈ ਸੀ। ਬੁਡਾਪੇਸ਼ ਹੰਗਰੀ ਦੇ ਵਿੱਚ ਹੈੱਡਕੁਆਟਰ ਹੈ ਔਰ ਇਸ ਦੇ ਕਰੰਟ ਹੈੱਡ ਕੌਣ ਨੇ? ਤਾਂ ਮੈਰੀਅਸ ਵਾਈਜ਼ਰ। ਨੈਕਸਟ ਇੰਟਰਨੈਸ਼ਨਲ ਬਾਕਸਿੰਗ ਐਸੋਸੀਏਸ਼ਨ ਦੀ ਗੱਲ ਕਰਦੇ ਹਾਂ ਤਾਂ ਇਸ ਦੇ ਹੈੱਡ ਅਪਾਇੰਟ ਕੀਤੇ ਗਏ ਨੇ ਉਮਰ ਕਲੈਮਰੇਵ ਨੂੰ ਪ੍ਰੈਜ਼ੀਡੈਂਟ ਅਪਾਇੰਟ ਕੀਤਾ ਗਿਆ ਇੰਟਰਨੈਸ਼ਨਲ ਬਾਕਸਿੰਗ ਐਸੋਸੀਏਸ਼ਨ ਦਾ। ਇਹ ਰਸ਼ੀਆ ਤੋਂ ਬਿਲੋਂਗ ਕਰਦੇ ਨੇ। ਕੈਪੀਟਲ ਇਸ ਦਾ ਹੈੱਡਕੁਆਟਰ ਹੈ ਜਿਹੜਾ ਲੋਜ਼ੇਨ ਸਵਿਟਜ਼ਰਲੈਂਡ ਦੇ ਵਿੱਚ। ਨਾਨਾ ਅਕੂਫੋ ਆਡੂ ਇਹਨਾਂ ਨੂੰ ਰੀਇਲੈਕਟ ਕੀਤਾ ਗਿਆ ਪ੍ਰੈਜ਼ੀਡੈਂਟ ਆਫ ਘਾਨਾ ਦੇ ਨਵੇਂ ਪ੍ਰੈਜ਼ੀਡੈਂਟ ਬਣਾਏ ਗਏ ਨੇ। ਘਾਨਾ ਕੈਪੀਟਲ ਔਰ ਕਰੰਸੀ ਇੰਪੋਰਟੈਂਟ ਰਹੇਗੀ। ਕੈਪੀਟਲ ਐਕਰਾ ਹੈ, ਕਰੰਸੀ ਸੇਡੀ ਚੱਲਦੀ ਹੈ। ਯੂਨਾਈਟਿਡ ਨੇਸ਼ਨ ਸੈਕਟਰੀ ਜਨਰਲ ਐਂਟੋਨੀਓ ਗੁਟਰਸ ਦੁਆਰਾ ਇੱਕ ਇੰਡੀਅਨ ਪਰਸਨ ਕਹਿ ਸਕਦੇ ਹਾਂ ਸਿਧਾਰਥ ਚੈਟਰਜੀ ਜੋ ਕਿ ਯੂਨਾਈਟਿਡ ਨੇਸ਼ਨਸ ਦੇ ਵਿੱਚ ਆਫਿਸਰ ਨੇ। ਇਹਨਾਂ ਨੂੰ ਰੈਜ਼ੀਡੈਂਟ ਕੋਆਰਡੀਨੇਟਰ ਬਣਾਇਆ ਗਿਆ ਚਾਈਨਾ ਦੇ ਵਿੱਚ। ਸੁਪਰੀਮ ਕੋਰਟ ਦੁਆਰਾ ਹੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜੱਜ JS ਮੁਰਲੀਧਰਨ ਨੂੰ ਉੜੀਸਾ ਹਾਈ ਕੋਰਟ ਦਾ ਚੀਫ ਜਸਟਿਸ ਅਪਾਇੰਟ ਕੀਤਾ ਗਿਆ। ਇसी ਦੇ ਨਾਲ ਹੀਮਾ ਕੋਹਲੀ ਸੁਪਰੀਮ ਕੋਰਟ ਦੁਆਰਾ ਤੇਲੰਗਾਨਾ ਹਾਈ ਕੋਰਟ ਦੇ ਪਹਿਲੇ ਵੂਮੈਨ ਚੀਫ ਜਸਟਿਸ ਅਪਾਇੰਟ ਕੀਤੇ ਗਏ। ਜੱਜਿਸ ਦੇ ਰਿਲੇਟਡ 2 ਇੰਪੋਰਟੈਂਟ ਅਪਾਇੰਟਮੈਂਟ ਸੁਪਰੀਮ ਕੋਰਟ ਦੁਆਰਾ। ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜੱਜ JS ਮੁਰਲੀਧਰ ਉੜੀਸਾ ਹਾਈ ਕੋਰਟ ਦੇ ਚੀਫ ਜਸਟਿਸ ਔਰ ਹੀਮਾ ਕੋਹਲੀ ਨੂੰ ਤੇਲੰਗਾਨਾ ਹਾਈ ਕੋਰਟ ਦੇ ਫਰਸਟ ਵੂਮੈਨ ਜਸਟਿਸ ਅਪਾਇੰਟ ਕੀਤਾ ਗਿਆ। ਪ੍ਰਸਾਰ ਭਾਰਤੀ ਆਰਗੇਨਾਈਜੇਸ਼ਨ ਹੈ ਜਿਹੜੀ CEO ਨੇ ਇਸ ਦੇ ਸ਼ਸ਼ੀ ਸ਼ੇਖਰ ਵੈਂਪਤੀ ਨੇ ਇਹਨਾਂ ਨੂੰ ਇਲੈਕਟ ਕੀਤਾ ਗਿਆ ਵਾਈਸ ਪ੍ਰੈਜ਼ੀਡੈਂਟ ਆਫ ਏਸ਼ੀਆ ਪੈਸੀਫਿਕ ਬ੍ਰੌਡਕਾਸਟਿੰਗ ਯੂਨੀਅਨ ਦੇ ਵਾਈਸ ਪ੍ਰੈਜ਼ੀਡੈਂਟ ਇਲੈਕਟ ਕੀਤਾ ਗਿਆ। 1964 ਦੇ ਵਿੱਚ ਇਹ ਬਣਾਈ ਗਈ ਸੀ। ਕੋਲਾਲੰਪੁਰ ਮਲੇਸ਼ੀਆ ਦੇ ਵਿੱਚ ਇਸ ਦਾ ਹੈੱਡਕੁਆਟਰ ਹੈ। ਨੈਕਸਟ ਹੈ ਸੇਬੀ ਦੀ ਗੱਲ ਕਰਦੇ ਹਾਂ। 1992 ਦੇ ਵਿੱਚ ਬਣਾਈ ਗਈ ਸੀ। ਮੁੰਬਈ ਦੇ ਵਿੱਚ ਹੈੱਡਕੁਆਟਰ ਹੈ ਔਰ ਅਜੇ ਤਿਆਗੀ ਇਸ ਦੇ ਹੈੱਡ ਨੇ। ਇਹਨਾਂ ਦੁਆਰਾ ਇੱਕ ਨਵੀਂ ਕਾਰਪੋਰੇਸ਼ਨ ਫਾਈਨੈਂਸ ਇਨਵੈਸਟੀਗੇਸ਼ਨ ਡਿਪਾਰਟਮੈਂਟ ਬਣਾਇਆ ਗਿਆ। ਇਸ ਡਿਪਾਰਟਮੈਂਟ ਨੂੰ ਹੈੱਡ ਕੌਣ ਕਰੇਗਾ? ਤਾਂ ਨਾਗੇਂਦਰ ਪ੍ਰਕਾਸ਼ ਇਸ ਨੂੰ ਹੈੱਡ ਕਰਨਗੇ। ਅਕਸ਼ੇ ਕੁਮਾਰ ਨੂੰ ਬ੍ਰਾਂਡ ਐਂਬੈਸਡਰ ਬਣਾਇਆ ਗਿਆ ਡਾਬਰ ਚਮਨਪ੍ਰਾਸ਼ ਦਾ।
इसी दे नाल इन्हां नूं एक होर चीज़ का ब्रांड एंबेसडर बनाया गया सी हॉर्लिक्स प्रोटीन प्लस का। सोनू सूद नूं ब्रांड एंबेसडर बनाया गया स्पाइस मनी का। स्पाइस मनी के ब्रांड एंबेसडर बनाए गए हैं। इसी दे नाल इन्हां रिलेटेड एक होर इंपोर्टेंट न्यूज़ है, कल की क्लास में भी डिस्कस करांगे। NHAI चेयरमैन नैशनल हाईवे अथॉरिटी ऑफ इंडिया के जिहड़े चेयरमैन ने सुखबीर सिंह संधू नूं 6 महीने की एक्सटेंशन दी गई है अपनी टर्म दे विच। ओबीसी डिस्कस कर लेना। तो सब तो पहले श्रीपति कंचन आले द्वारा हिंद केसरी टाइटल जितया गया सी 1949 दे विच। रैसलर सीगे, इन्हां दी रिसेंटली डैथ हो गई है। इंडियन फुटबॉल बॉलर डी एस ही राज इंडिया के फेमस फुटबॉलर सीगे 1962 एशियन गेम्स दे विच काफ़ी अच्छा रोल रहा सी इन्हां दा। इन्हां दी रिसेंटली डैथ हो गई है। ब्राज़ील के रिचेस्ट परसन, ब्राज़ील की गल करते हैं तो ब्राज़ील के रिचेस्ट परसन सीगे जोसेफ सेवरा, और वर्ल्ड के वेल्डीएस्ट बैंकर इन्हां दी रिसेंटली डैथ हो गई है। ऑस्ट्रेलियन क्रिकेटर की गल करते हैं तो एरिक फ्रीमैन की रिसेंटली डेथ हुई है। रोडम नारासिम्हा ये की सीगे, एक एरोस्पेस साइंटिस्ट सीगे। इन्होंने 2013 दे विच पद्म विभूषण दिता गया सी। बेनंजी गोविंदाचार्य संस्कृत लैंग्वेज के स्कॉलर सीगे। यह एंबेसडर अपॉइंट किए गए सी वर्ल्ड पीस समिट दे विच। वर्ल्ड पीस समिट USA द्वारा होस्ट किया गया सी 1979 दे विच। उदों इन्हां नूं एंबेसडर भी अपॉइंट किया गया सी। नैक्सट है स्पोर्ट्स न्यूज़ दे विच मैक्स वर्सेटेपन का नाम याद रखांगे, नीदरलैंड तो बिलोंग करते हैं। इन्हां द्वारा 2020 आबू धाबी ग्रैंड प्रिक्स टाइटल जितया गया। इस साल का लास्ट ग्रैंड प्रिक्स टाइटल आबू धाबी ग्रैंड प्रिक्स टाइटल किन्हां ने जितया, मैक्स वर्सेटेपन द्वारा। अंकिता रायना इंडिया दे और एक्टारेन गोड्रोग्जे जो कि जॉर्जिया के ने, दोनों द्वारा वूमेंस डबल टाइटल जितया गया है ITF वूमेंस टेनिस टूरनामेंट के विच। ठीक है जी, इस दे विच प्राइज मनी याद रखांगे $1 लाख की प्राइज मनी सी। 2022 अंडर 19 मेंस वर्ल्ड कप वेस्ट इंडीज़ होस्ट करेगा। शूटर यशवर्धन की गल करते हैं, इन्होंने 10 मीटर एयर राइफल इवेंट जीते है। एडिशन इंपोर्टेंट रहेगा, 6th एडिशन है। और दूसरा पूछा जा सकता है कि यशवर्धन केड़ी स्पोर्ट्स तो बिलोंग करते हैं, तो शूटर ने। BCCI द्वारा सैयद मुश्ताक अल ट्रॉफी अनाउंस की गई कि 10 जनवरी तो इसनों शुरू किया जाएगा। 10 जनवरी तो सैयद मुश्ताक अल ट्रॉफी शुरू की जाएगी। ठीक है, क्वेश्चन पूछा जाएगा सैयद मुश्ताक अल ट्रॉफी केड़ी स्पोर्ट्स के नाल रिलेटेड है, तो क्रिकेट के नाल। इसी तरीके नाल ऑस्ट्रेलियन ओपन भी अनाउंस कर दिता गया टेनिस का, ये फैबररी दे विच ऑर्गेनाइज किया जाएगा। ICC वूमेंस क्रिकेट वर्ल्ड कप 2022 दे विच न्यूजीलैंड द्वारा होस्ट किया जाएगा। इसकी भी डेट्स अनाउंस कर दी गई हैं। 1909 दे विच ICC बनाई गई सी, दुबई दे विच हेडक्वार्टर है। रिसेंटली ग्रैग बार्कले न्यूजीलैंड तो बिलोंग करते हैं, इन्हों चेयरमैन बनाया गया सी ICC का। कतर होस्ट करेगा 2030 के एशियन गेम्स, और सऊदी अरेबिया होस्ट करेगा 2034 के एशियन गेम्स। जिम्बाब्वे की गल करते हैं, जिम्बाब्वे होस्ट करेगा क्वालीफायर्स ऑफ 2023 ODI वर्ल्ड कप। 2023 ODI वर्ल्ड कप इंडिया होस्ट करेगा, और इसके क्वालीफायर्स ने जोड़े क्वालीफायर्स होस्ट करेगा जिम्बाब्वे कैपिटल हरारे है, करेंसी डॉलर चलती। नेक्स्ट है क्रिकेटर मोहम्मद आमिर क्रिकेटर ने पाकिस्तान तो बिलोंग करते हैं, इन्हों द्वारा रिटायरमेंट अनाउंस की गई है। स्पोर्ट्स मिनिस्टर की गल करते हैं, किरण रिजिजू द्वारा और आयुष मिनिस्टर श्रीपद येसो नायक दोनों ने मिलकर योगा नू डिक्लेयर किया है कंपीटिटिव स्पोर्ट। योगा पहले कह सकते हैं कि योगा नू कह सकते हैं कि फंडिंग वगैरह प्रोवाइड करवाने के लिए स्पोर्ट डिक्लेयर किया गया। इसी दे नाल एक इंटरनेशनल योगा आसन स्पोर्ट्स फेडरेशन जी बनाई गई सी, तो उसके हैड कौन अपॉइंट किए गए सी, योगा गुरु बाबा रामदेव। अज दे लिए बस इन्ना ही। आई होप सानू सैशन पसंद आया होगा। सैशन दे विच पूरे वीक दे विच जिन्नी भी इंपोर्टेंट न्यूज़ सीगियां आपां सारियां डिस्कस कीतियां ने। इन्हां दे विचों क्वेश्चनस पूछे जाने काफ़ी ज़्यादा चांसिस ने। फॉर एग्जाम्पल अगर आप गल करते हैं, रिसेंटली वाकफ बोर्ड का एग्जाम होया सी, उस दे विच काफ़ी ज़्यादा क्वेश्चनस करंट अफेयर सैशन के विचों पूछे गए सी, इंपोर्टेंट रहेंगे। रिवीजन करते रहो अपनी। थैंक यू फॉर वॉचिंग द सैशन। गुड बाय।